ਵਿਸਾਲਾ ਰੋਂ ਤਰ ਤਰ ਪੁਨ ਪੁਨ ਸੀ ਸਾਜੀ ਪੁਨ ਪੁਨ ਸੀਸਾ ਬਾਰ ਬਾਰ ਜਗ ਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਪਰ ਅਨੁਰਾਗ ਏਕੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਬੈਦ ਬੁਲਾਵਨ ਹੇਤ ਪਠਾਇਆ ਲਾਲੂ ਤਿਹ ਕਰ ਜਾਏ ਬੁਲਾਇਆ। ਨਾਮ ਜਾਸ ਹਰਦਾਸ ਹੁਲਾਸੀ ਜਗੇ ਭਾਗ ਗਾਟਿਕ ਸੁਖ ਰਾਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਂ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਭਗਤ ਵੈਸਲ ਕਰਨਾ ਨਿਦਾਨ ਆਨੰਦ ਸਰੂਪ ਮੁਕਤੀ ਦੇ ਦਾਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਦੀ ਉੱਚੀ ਤੇ ਸੁੱਚੀ ਪਾਵਨ ਪਵਿੱਤਰ ਗੋਦੀ ਵਿੱਚ ਆਪ ਗੁਰੂ ਪਿਆਰ ਵਾਲੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ। ਗੁਰੂ ਮਹਾਰਾਜ ਜੀ ਦੀ ਕਥਾ ਸੁਣਨ ਵਾਸਤੇ, ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ। ਜੋ ਭਾਵੈ ਤਿਵੈ ਚਲਾਵਹਿ। ਕਹਿੰਦੇ ਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਨੇ ਆਪ ਵੀ ਕਥਾ ਸੁਣੀ ਖਡੂਰ ਸਾਹਿਬ ਦੀ ਧਰਤੀ ਤੇ। ਭਾਈ ਬਾਲਾ ਜੀ ਕਥਾ ਸੁਣਾ ਰਹੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੁੰਗਾਰਾ ਭਰ ਰਹੇ ਨੇ ਤੇ ਗੁਰੂ ਅਮਰਦਾਸ ਭਾਈ ਪਾਰੂ ਜੀ ਪਰਮਹੰਸ ਭਾਈ ਜੀਵਾ ਜੀ ਭਾਈ ਪੈੜਾ ਮੁਖ ਧੰਨ ਮਾਤਾ ਖੀਵੀ ਜੀ ਬਾਬਾ ਜੋਧ ਜੀ ਇਹ ਸਾਰੇ ਮਹਾਂਪੁਰਖ ਗੁਰੂ ਗਰੀਬ ਨਵਾਜ ਦੀ ਸੰਗਤ ਜਿਹੜੀ ਕਥਾ ਸੁਣ ਰਹੀ ਹੈ ਤੇ ਮਾਤਾ ਖੀਵੀ ਦੇ ਸੁਭਾਅ ਨੂੰ ਸੱਤੇ ਤੇ ਬਲਵੰਡੇ ਨੇ ਆਪਣੀ ਵਾਰ ਵਿੱਚ ਲਿਖਿਆ ਹੈ। ਕਹਿੰਦੇ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਮਾਤਾ ਖੀਵੀ ਨੇਕ ਜਨ ਜਿਨ ਬਹੁਤੀ ਸ਼ੌਕ ਤਰਾਲੀ। ਸੱਤਾ ਬਲਵੰਡਾ ਕਹਿੰਦੇ ਜਦੋਂ ਮਾਂ ਖੀਵੀ ਦਾ ਸੁਭਾਅ ਸੀ ਇੱਦਾਂ ਦਾ ਸੁਭਾਅ ਸੀ ਜਿਵੇਂ ਵਿਹੜੇ ਦੇ ਵਿੱਚ ਬਹੁਤੀ ਗੂੜੀ ਛਾਂ ਵਾਲੀ ਧਰੇਕ ਹੋਵੇ, ਬਹੁਤ ਗੂੜੀ ਛਾਂ ਵਾਲੀ ਜਿਹਦੇ ਥੱਲੇ ਕੋਈ ਵੀ ਚਲੇ ਜੇ। ਪੁਰਾਣੇ ਸਮੇਂ 'ਚ ਐਸੇ ਦਰਖਤ ਸੀ ਇਹ ਮੀਂਹ ਵੀ ਕਿੰਨਾ ਚਿਰ ਪੈਂਦਾ ਰਹੇ ਤਾਂ ਥੱਲੇ ਨਹੀਂ ਸੀ ਆਉਂਦਾ, ਜ਼ਿਆਦਾ ਮੀਂਹ ਪਵੇ ਫਿਰ ਜਾ ਕੇ ਥੱਲੇ ਕਣੀ ਡਿੱਗਦੀ ਸੀ। ਤੋ ਬਾਬਾ ਸੱਤਾ ਜੀ ਕਹਿੰਦੇ ਨੇ, ਬਾਬਾ ਬਲਵੰਡ ਜੀ ਕਹਿੰਦੇ ਮਾਤਾ ਖੀਵੀ ਜੀ ਉਸ ਦਰਖਤ ਵਰਗੀ ਸੀ ਜਿਸ ਦਰਖਤ ਤੇ ਗੜੇ ਮੀਂਹ ਪੈਂਦਾ ਹੋਵੇ ਪੰਛੀ ਆਪਣਾ ਸਿਰ ਲੁਕਾਉਂਦੇ ਐ। ਕਹਿੰਦੇ ਜਦੋਂ ਕਿਸੇ ਦੇ ਢਿੱਡ ਨੂੰ ਭੁੱਖ ਲੱਗਦੀ ਹੋਵੇ
ਕੋਈ ਬਿਮਾਰ ਹੋਵੇ ਤੇ ਮਾਤਾ ਖੀਵੀ ਦੇ ਕੋਲ ਚਲਾ ਜਾਂਦਾ ਸੀ। ਉਹਨੂੰ ਪਤਾ ਸੀ ਹੋਰ ਕੋਈ ਵੀ ਮੋੜਦੇ, ਪਰ ਮਾਤਾ ਖੀਵੀ ਮੋੜਦੀ ਨਹੀਂ ਸੀ। ਤਾਂ ਉਹਨਾਂ ਨੂੰ ਕਿਹਾ ਮਾਤਾ ਖੀਵੀ ਨੇਕ ਜਨ, ਬਹੁਤ ਨੇਕ ਰੂਹ ਸੀ, ਜਿਨ ਬਹੁਤੀ ਸ਼ੌਕ ਤਰਾਲੀ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ। ਕਹਿੰਦੇ ਘਿਓ ਵਾਲੀ, ਦੇਸੀ ਘਿਓ ਵਾਲੀ ਖੀਰ ਮਾਤਾ ਤਿਆਰ ਕਰਦੀ ਹੈ। ਮਾਤਾ ਖੀਵੀ ਦੀ ਇੱਕ ਬੁੱਕ ਹੈ, ਉਹਨਾਂ ਕੱਲਿਆਂ ਦਾ ਜੀਵਨ ਹੈ। ਕਹਿੰਦੇ 1-1.5 ਘੰਟਾ ਹੀ ਆਰਾਮ ਕਰਦੇ ਸੀ 24 ਘੰਟਿਆਂ। ਸਾਰਾ ਸਮਾਂ ਗੁਰੂ ਕੀ ਸੰਗਤ ਦੀ ਸੇਵਾ ਵਿੱਚ ਹੀ, ਕਦੇ ਮੱਥੇ ਤੇ ਤਰੇੜੀ ਨਹੀਂ ਸੀ ਪਈ। ਇੰਨਾ ਸੁਭਾਅ ਮਿੱਠਾ ਸੀ। ਤੇ ਉਸ ਮਾਂ ਦੇ ਕੋਲੋਂ ਗੁਰੂ ਅਮਰਦਾਸ ਨੇ ਆਖਿਆ ਸੀ, ਮਾਂ ਮੈਂ ਨਾਮ ਪਵਾਉਣਾ ਏ। ਤੇ ਮੈਨੂੰ ਗੁਰੂ ਅੰਗਦ ਸਾਹਿਬ ਕਹਿੰਦੇ ਤੇਰਾ ਭਾਂਡਾ ਗੰਦਾ ਏ, ਪਹਿਲਾਂ ਭਾਂਡਾ ਸਾਫ਼ ਕਰ ਫਿਰ ਪਾਵਾਂਗੇ। ਕਹਿੰਦੇ ਮਾਂ ਭਾਂਡਾ ਕਿੱਦਾਂ ਸਾਫ਼ ਕਰਾਂ? ਤੇ ਮਾਂ ਕਹਿਣ ਲੱਗੀ ਜਪਜੀ ਸਾਹਿਬ ਨਹੀਂ ਪੜ੍ਹਿਆ? ਕਹਿੰਦੇ ਜੀ ਪੜ੍ਹਿਆ ਨਹੀਂ ਹੈ, ਪਰ ਯਤਨ ਕਰੂੰਗਾ। ਕਹਿੰਦੇ ਮਹਾਰਾਜ ਕਹਿੰਦੇ ਭਰੀ ਹੈ ਮਤ ਪਾਪਾਂ ਕੈ ਸੰਗ। ਕਹਿੰਦੇ ਆ ਜਿਹੜੀ ਖੋਪੜੀ ਹੈ ਨਾ, ਇਹ ਗਲਤ ਵਿਚਾਰਾਂ ਨਾਲ ਨੱਪ ਕੇ ਭਰੀ ਪਈ ਹੈ। ਹੋਰ ਕੋਈ ਗੱਲ ਹੀ ਨਹੀਂ ਸੋਚਦੀ, 24 ਘੰਟੇ ਉਹੀ ਗੱਲਾਂ ਘੁੰਮਦੀਆਂ। ਮਾਰੇ ਕਹਿੰਦੇ ਉਹ ਧੋਪੈ ਨਾਵੈ ਕੈ ਰੰਗ। ਕਹਿੰਦੇ ਨਾਮ ਦੀ ਬਾਲਟੀ ਭਰ ਕੇ, ਸੇਵਾ ਰੂਪੀ ਸਰਫ ਪਾ ਕੇ ਤੇ ਇਹਦੇ ਵਿੱਚ ਡੁਬੋ। ਕਹਿਣ ਲੱਗੇ ਮਾਂ ਸੇਵਾ ਦੇ ਦਿਓ ਕੋਈ। ਤੇ ਮਾਤਾ ਖੀਵੀ ਜੀ ਕਹਿਣ ਲੱਗੇ ਵੀ 60 ਸਾਲਾਂ ਦੀ ਉਮਰ ਹੈ ਬਾਪੂ ਤੇਰੀ, ਆਹ ਉਮਰ ਸੇਵਾ ਵਾਲੀ ਥੋੜਾ ਆਰਾਮ ਕਰਨ ਵਾਲੀ ਹੈ। ਕਹਿੰਦੇ ਨਹੀਂ ਮਾਂ ਮੋੜੀ ਨਾ, ਬੜੀ ਆਸ ਲੈ ਕੇ ਆਇਆ ਏ। ਤੇ ਉਸ ਵੇਲੇ ਮਾਂ ਕਹਿੰਦੀ ਫਿਰ ਦੇਖ ਲਓ, ਹੁਣ ਬਜ਼ੁਰਗ ਬੰਦਾ ਤਾਂ ਟੋਕਰੀ ਤੇ ਸੇਵਾ ਕਰ ਸਕਦਾ ਬਹਿ ਕੇ, ਜਾਂ ਕਿਤੇ ਮੰਜੀ ਤੇ ਬਹਿ ਕੇ ਜਿਹੜੀ ਸੇਵਾ ਕਰਾਉਣੀ ਹੋਵੇ, ਪਰ 60 ਸਾਲਾਂ ਦੀ ਉਮਰ 'ਚ ਵੱਡੀ ਸਾਰੀ ਗਾਗਰ ਲੋਹ ਤੇ ਪਈ ਹੈ। ਸਿੱਧਾ ਜਾ ਕੇ ਬਾਬਾ ਅਮਰਦਾਸ ਜੀ ਨੇ ਉਸ ਗਾਗਰ ਨੂੰ ਮੱਥਾ ਟੇਕਿਆ ਪਹਿਲਾਂ, ਫਿਰ ਉਹਨੂੰ ਚੁੱਕ ਕੇ ਸਿਰ ਤੇ ਰੱਖਿਆ ਤੇ ਕਹਿਣ ਲੱਗੇ ਮਾਂ ਅੱਜ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਇੱਥੇ ਖੂਹ ਦੇ ਜਲ ਨਾਲ ਨਹੀਂ, ਵਗਦੇ ਹੋਏ ਨੀਰ ਨਾਲ ਇਸ਼ਨਾਨ ਕਰਿਆ ਕਰਨਗੇ। ਕਹਿੰਦੇ ਵੀ ਬੇਟਾ ਗੋਇੰਦਵਾਲ ਬੜੀ ਦੂਰ ਹੈ, ਦਰਿਆ ਪੱਤਣ ਬਿਆਸ ਦਾ, ਕਿੱਥੇ ਖਡੂਰ ਸਾਹਿਬ, ਤੂੰ ਕਹਿ ਦਿੱਤਾ ਹੀ, ਪਰ ਨਿਭਾਉਣਾ ਔਖਾ ਹੋ ਜਾਣਾ ਏ ਕਿਤੇ। ਪਰ ਸਾਧ ਸੰਗਤ ਇਤਿਹਾਸ ਗਵਾਹੀ ਦਿੰਦਾ ਏ ਕਿ ਪੰਛੀ ਰਸਤੇ ਬਦਲ ਜਾਂਦੇ ਜਦੋਂ ਮੀਂਹ ਹਨੇਰੀ ਆਵੇ। ਕਈ ਵਾਰੀ ਪਲੇਨ ਵਾਲੇ ਜਿਹੜੇ ਨਾ, ਪਲੇਨ ਉੜਦਾ ਉਹ ਵੀ ਕਹਿੰਦੇ ਮੌਸਮ ਖਰਾਬ ਹੈ, ਪਲੇਨ ਲੇਟ ਹੈ, ਪਰ ਧੰਨ ਮੇਰੇ ਗੁਰੂ ਅਮਰਦਾਸ ਦਾ ਜਹਾਜ਼, ਉਹਨੂੰ ਕੋਈ ਗੜੇ ਕੋਈ ਹਨੇਰੀਆਂ ਤੇ ਮੀਂਹ ਨਹੀਂ ਰੋਕ ਸਕਿਆ। ਇੱਕ ਦਿਨ ਵੀ 12 ਸਾਲਾਂ ਚੋਂ ਨਾਗਾ ਨਹੀਂ ਪਾਇਆ ਖੁਸਾ। ਸਤਿ ਸ੍ਰੀ ਅਕਾਲ। ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਧੰਨ ਗੁਰੂ ਅਮਰਦਾਸ ਜੀ ਨੇ ਐਸੀ ਗਾਗਰ ਚੁੱਕੀ ਆਪ ਸੀ ਤੇ ਲਵਾਈ ਫਿਰ ਗੁਰੂ ਅੰਗਦ ਸਾਹਿਬ ਨੇ। ਉਹ ਗਾਗਰ ਅੱਜ ਵੀ ਸਾਡੇ ਕੋਲ ਹੈ, ਜਿਹੜੀ ਪਿਆਰੇ ਦੇ ਕੋਲ ਸੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਦਇਆ ਕਰਨ। ਖੂਹ ਬਹੁਤ ਸੀ ਖਡੂਰ ਸਾਹਿਬ 'ਚ, ਇਹ ਨਹੀਂ ਪਾਣੀ ਨਹੀਂ ਸੀ ਹੈਗਾ, ਪਰ ਇੱਕ ਭਾਵਨਾ ਸੀ ਸਿੱਖ ਦੀ ਕਿ ਜਿੱਦਾਂ ਹਜ਼ੂਰ ਸਾਹਿਬ ਲਿਆਉਂਦੇ ਨਾ ਗੋਦਾਵਰੀ ਤੋਂ ਗਾਗਰ ਭਰ ਕੇ, ਭਾਵਨਾ ਵਾਲਿਆਂ ਦੇ ਬੇੜੇ ਬੰਨੇ ਲੱਗਦੇ। ਸਾਧ ਸੰਗਤ ਤੁਸੀਂ ਭਾਵਨਾ ਵਾਲੇ ਹੋ, ਪਿਆਰ ਕਰਕੇ ਰੋਜ਼ ਆਉਂਦੇ ਹੋ, ਸਮਾਂ ਕੱਢ ਕੇ ਗੁਰਫਤਿਹ ਸਾਂਝ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਓੰਕਾਰ ਸਤਿ
ਸੈਭੰ ਗੁਰ ਪ੍ਰਸਾਦਿ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਸਤਿਗੁਰ ਆਇਓ ਸ਼ਰਨ ਤੁਹਾਰੀ 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 ਲੈ ਸੁਖ ਨਾਮ ਹਰਿ ਸੋਭਾ ਮਿਲੈ ਸੁਖ ਨਾਮ ਹਰਿ ਸੋਭਾ ਮਿਲੈ ਸੁਖ ਨਾਮ ਹਰਿ ਸੋਭਾ ਮਿਲੈ ਸੁਖ ਨਾਮ ਹਰਿ ਸੋਭਾ चिंता लाहे हमारी चिंता लाहे हमारी चिंतालाहे हमारी चिंतालाहे हमारी चिंता लाहे हमारी चिंता लाहे हमारी
ਨਾਮ ਹਰ ਸੋਭਾ ਮਿਲੈ ਸੁਖ ਨਾਮ ਹਰ ਸੋਭਾ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਚਿੰਤਾ ਲਾਹੇ ਹਮਾਰੀ ਲਾਹੇ ਹਮਾਰੀ ਚਿੰਤਾ ਲਾਹੇ ਹਮਾਰੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਜੋ ਆਉਂਦਾ ਹੈ ਉਹਨੂੰ ਸੁੱਖ ਮਿਲਦਾ ਹੈ। ਸ਼ੋਭਾ ਵੀ ਹੁੰਦੀ ਹੈ ਕਿ ਜਿਸ ਬੰਦੇ ਨੂੰ ਕੋਈ ਨਾ ਕਵੇ ਪਿਆਰ ਦੇ ਨਾਲ ਪਿਆਰੇ ਜੀ ਧੰਨ ਜੀ, ਜਦੋਂ ਉਹ ਵੀ ਸੰਗਤ ਵਿੱਚ ਆਉਂਦਾ ਏ ਤੇ ਨਾਲ ਹੀ ਸਾਰਿਆਂ ਦੇ ਆਪਾਂ ਕਹਿੰਦੇ ਗੁਰੂ ਕੇ ਪਿਆਰੇ ਬੈਠੇ, ਗੁਰੂ ਦੀ ਸੰਗਤ ਬੈਠੀ ਹੈ। ਭਾਗਹੀਨ ਭ੍ਰਮ ਝੋਟਾਂ ਖਾਵੇ, ਵੱਡਿਆਂ ਭਾਗਾਂ ਨਾਲ ਸੰਗਤ ਮਿਲਦੀ ਹੈ ਜਿਸ ਦੇ ਵਿੱਚ ਆ ਕੇ ਮਹਾਰਾਜ ਕਹਿੰਦੇ ਮਿਲੇ ਸੂਖ ਨਾਮ ਹਰ ਸੋਭਾ ਤੇ ਅੱਗੇ ਚਿੰਤਾ ਲਾਹੇ ਹਮਾਰੀ। ਸਭ ਤੋਂ ਵੱਡੀ ਬਿਮਾਰੀ ਅੱਜ ਦੀ ਤਰੀਕ 'ਚ ਚਿੰਤਾ, ਜਿਹੜੀ ਹਰ ਬੰਦੇ ਨੂੰ ਚਿੰਬੜੀ, ਚਾਹੇ ਕੋਈ ਨਿਤਨੇਮੀ ਹੈ, ਅੰਮ੍ਰਿਤਧਾਰੀ ਹੈ ਜਾਂ ਨਹੀਂ, ਇਹ ਸਾਰਿਆਂ ਨੂੰ ਵੜ ਕੇ ਖਾਂਦੀ ਹੈ। ਪਰ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮੈਂ ਤੇਰੇ ਘਰ ਆਉਣਾ, ਇੱਥੇ ਆ ਕੇ ਥੋੜਾ ਚਿਰ ਮੈਨੂੰ ਸਕੂਨ ਆਉਂਦਾ, ਜਿੰਨਾ ਚਿਰ ਮੈਂ ਤੇਰੀ ਸੰਗਤ ਵਿੱਚ ਬਹਿਨਾ ਉਹਨਾਂ ਚਿਰ ਰਿਲੈਕਸ ਹੁੰਦਾ, ਔਰ ਚਿੰਤਾ ਤੋਂ ਹੀ ਬਹੁਤ ਵੱਡੀਆਂ ਬਿਮਾਰੀਆਂ ਪੈਦਾ ਹੋ ਰਹੀਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਚਿੰਤਾ ਨੂੰ ਦੂਰ ਕਰਦੇ ਹੈ। ਅੱਜ ਦੁਨੀਆ ਦਾ ਮਾਲਕ ਮੰਜੀ ਦੇ ਉੱਤੇ ਵਿਸ਼ਰਾਮ ਕਰ ਰਿਹਾ, ਸਾਰਾ ਪਰਿਵਾਰ ਮੰਜੀ ਤੇ ਬੈਠਾ ਹੈ। ਧੰਨ ਮਾਤਾ ਦਾਦੀ ਬਨਾਰਸੀ ਦੇਵੀ, ਦਾਦਾ ਸ਼ਿਵ ਰਾਮ ਬੇਦੀ, ਪਿਤਾ ਕਲਿਆਣ ਦਾਸ ਜੀ, ਚਾਚਾ ਲਾਲੂ ਜੀ, ਮਾਤਾ ਤ੍ਰਿਵਤਾ ਜੀ, ਇਹ ਸਾਰਾ ਪਰਿਵਾਰ ਹੈ ਮੇਰੇ ਬਾਬੇ ਨਾਨਕ ਦਾ। ਤੇ ਸਾਰਿਆਂ ਦੇ ਬਹੁਤ ਹੀ ਵੱਡੇ ਕਰਮ ਹੈ, ਕਿਉਂਕਿ 21 ਕੁਲਾਂ ਧਾਰਦਾ ਰੱਬ ਦਾ ਪਿਆਰਾ, ਤੇ ਜਿਹਦੇ ਘਰ 21 ਕੁਲਾਂ ਦਾ ਰੱਬ ਦਾ ਪਿਆਰਾ ਤਾਰਦਾ, ਜਿੱਥੇ ਰੱਬ ਹੀ ਆ ਜੇ। ਤੇ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਕਲ ਧਾਰਨ ਗੁਰੂ ਨਾਨਕ ਆਇਆ, ਕਹਿੰਦੇ ਮੇਰੇ ਗੁਰੂ ਨਾਨਕ ਸਾਹਿਬ ਤਾਂ ਸਾਰੀ ਸ੍ਰਿਸ਼ਟੀ ਨੂੰ ਹੀ ਤਾਰਨ ਆਏ ਹੈ। ਜਿੱਥੇ ਵੀ ਆਪ ਸਤਿਗੁਰੂ ਮਿਹਰ ਕਰ ਦਿੰਦੇ ਹਨ, ਦਇਆ ਕਰ ਦਿੰਦੇ ਹਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਬੜੀ ਦੂਰੋਂ ਚੱਲ ਕਰਕੇ ਆਏ ਜੀ ਆਇਆਂ ਨੂੰ, ਜੋ ਹਰ ਸਾਲ ਸਾਲਾਨਾ ਜੋੜ ਮੇਲਾ ਤੀਆ ਤਾਪ ਕੋਠੜੀ, ਧੰਨ ਭਾਈ ਲਾਲੂ ਜੀ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਯਾਦ, ਔਰ ਪਿਆਰੇ ਰੱਬ ਦੇ ਦੂਰੋਂ ਦੂਰੋਂ ਸੇਵਾ ਕਰ ਜਾਂਦੇ ਆ ਕੇ। ਮਹਾਰਾਜ ਇਹ ਵੀ ਜਿਹਦੇ ਤੇ ਤਰਸ ਕਰੇ ਉਹਨੂੰ ਹੀ ਸੇਵਾ ਮਿਲਦੀ ਹੈ। ਤੋ ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨਾ, ਔਰ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਇਹ ਬਜ਼ੁਰਗ ਲੱਭਣੇ ਕਿੱਥੋਂ ਆਏ। ਕਿ ਆਉਣ ਵਾਲੇ ਸਮੇਂ ਨਾ ਕਈ ਥਾਵਾਂ ਤੇ ਫੋਨ ਕੀਤਾ, ਜਿਹੜੀਆਂ ਸਭਾ ਸੁਸਾਇਟੀਆਂ ਆਉਂਦੀਆਂ ਸੀ ਤੇ ਅੱਗੋਂ ਨਾ ਹੋਈ, ਪਤਾ ਕਿਉਂ? ਉਹ ਕਹਿੰਦੇ ਜੀ ਜਿੰਨੇ ਵੀ ਸਾਡੇ ਨਾਲ ਬੱਚੇ ਨੇ, ਹਾਂਜੀ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ। ਫੋਨ ਆਇਆ ਕਿ ਇਸ ਵਾਰੀ ਆ ਨਹੀਂ ਸਕਦੇ, ਕਾਰਨ ਕੀ? ਕਹਿੰਦੇ ਜਿੰਨੇ ਨੌਜਵਾਨ ਸੀ ਬਾਹਰ ਚਲੇ ਗਏ। ਆਖੋ ਸਤਿਨਾਮ। 2-3 ਸਭਾ ਸੁਸਾਇਟੀਆਂ ਦੇ ਫੋਨ ਸੀ ਵੀ ਅਸੀਂ 1-2 ਜਾਣੇ ਰਹਿ ਗਏ, 25-30 ਜਾਣੇ ਜਿਹੜੇ ਆਉਂਦੇ ਸੀ ਕਹਿੰਦੇ ਸਾਰੇ ਬਾਹਰ ਚਲੇ ਗਏ। ਇੱਥੋਂ ਅੰਦਾਜ਼ਾ ਤੁਸੀਂ ਆਪੇ ਲਾ ਲਿਓ ਵੀ ਆਉਣ ਵਾਲੇ 15 ਸਾਲਾਂ ਤੱਕ ਪੰਜਾਬ ਦੀ ਧਰਤੀ ਦਾ ਕੀ ਬਣੂਗਾ। ਕਿਉਂਕਿ ਇਹ ਸਾਡੇ ਜਿਹੜੇ ਥੰਮ ਨੇ, ਬਜ਼ੁਰਗ ਨੇ, ਇਹਨਾਂ ਨੂੰ ਵੀ ਉਮਰ ਕਰਕੇ ਹੁਣ ਹੌਲੀ ਹੌਲੀ ਸਰੀਰ ਢਿੱਲਾ ਹੁੰਦਾ ਜਾਂਦਾ, ਤੇ ਕਿੱਥੋਂ ਸਮੇਂ ਉਹ ਲੱਭਣੇ। ਇਸ ਕਰਕੇ ਤੁਹਾਨੂੰ ਕਹੀਦਾ ਭਾਈ ਹੁਣ ਮੌਕਾ ਮਿਲਿਆ ਤੇ ਸੰਗਤ ਕਰ ਲਓ ਤਕੜੇ ਹੋ ਕੇ। ਗੁਰੂ ਪਾਤਸ਼ਾਹ ਮਹਾਰਾਜ ਦੀ ਸੰਗਤ, ਇਸ ਕਥਾ ਸਿਮਰਨ, ਇਹਨੂੰ ਤਰਸਿਆ ਕਰਨਾ ਆਪਾਂ ਸਾਰਿਆਂ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਕਿਉਂਕਿ ਕਲਯੁਗ ਦਾ ਸਮਾਂ ਬਹੁਤ ਭਿਆਨਕ ਹੈ। ਤੇ ਮਹਾਰਾਜ ਨੇ ਪਹਿਲਾਂ ਹੀ ਕਹਿਤਾ ਸੀ ਜਗ ਮੈਂ ਉੱਤਮ ਕਾਢੀ ਹੈ ਮਾਇਆ ਨੇ ਆਪ ਗੱਲ ਕੀਤੀ ਕਲਯੁਗ ਨੇ। ਜਦੋਂ ਮਹਾਰਾਜ ਮਿਲੇ ਸੀ ਨਾ, ਧਿਆਨ ਕਈ ਵਾਰੀ ਆਪਾਂ ਕਥਾ ਸੁਣਦੇ,
ਤੇ ਇਹ ਜਿਹੜਾ ਕਲਯੁਗ ਸੀ ਇਹਨੇ ਬਸਤਰ ਨਹੀਂ ਕੋਈ ਪਹਿਨਿਆ। 2 ਵਾਰੀ ਮਿਲਿਆ, ਇੱਕ ਵਾਰੀ ਪਹਿਲੇ ਜਾਮੇ 'ਚ, ਇੱਕ ਵਾਰੀ 10ਵੇਂ ਜਾਮੇ 'ਚ। 10ਵੇਂ ਜਾਮੇ ਦੇ ਵਿੱਚ ਇਹਦੀ ਕਥਾ ਹੈ ਵੀ ਇਹਨੇ ਕੰਬਲ ਲਿਆ ਸੀ। ਪਹਿਲੇ ਜਾਮੇ 'ਚ ਜਨਮ ਸਾਖੀ ਕਹਿੰਦੀ ਅਲਫ ਨੰਗਾ ਸੀ। ਹੁਣ ਜਦੋਂ ਆਪਾਂ ਇਹ ਕਥਾ ਬਜ਼ੁਰਗਾਂ ਤੋਂ ਸੁਣੀ ਦੀਆਂ ਸੀ, ਆਪਾਂ ਕਹਿੰਦੇ ਛੱਡੋ ਖੜਾ, ਐਵੇਂ ਸੁਣਾਈ ਜਾਂਦੇ ਆ ਵੀ ਐਵੇਂ ਬਾਪੂ ਸੁਣਾਉਂਦੇ। ਇਹ ਕਿੱਥੇ ਲਿਖਿਆ? ਮੈਂ ਖੁਦ ਪੜ੍ਹਿਆ ਪੁਰਾਤਨ ਜਨਮ ਸਾਖੀ। ਤੇ ਕਈ ਨੇ ਇੱਥੋਂ ਤੱਕ ਕਹਿੰਦੇ ਵੀ ਭਾਈ ਬਾਲਾ ਤੇ ਹੋਇਆ ਹੀ ਨਹੀਂ। ਆਖੋ ਸਤਿਨਾਮ। ਕਈ ਅੱਜ ਇੱਥੋਂ ਤੱਕ ਕਹਿੰਦੇ ਇਕੱਲਾ ਮਰਦਾਨਾ ਬਾਬੇ ਨਾਲ ਸੀ, ਭਾਈ ਬਾਲਾ ਹੈ ਹੀ ਨਹੀਂ ਹੈ। ਤੇ ਜੇ ਭਾਈ ਬਾਲਾ ਨਹੀਂ ਤੇ ਆ ਜਿਹੜੀ ਕਥਾ ਚੱਲਣ ਦੀ ਇਹ ਕਿਹਨੂੰ ਸੁਣਾਵਾਂਗੇ? ਕਿਉਂਕਿ ਇਹ ਕਥਾ ਭਾਈ ਬਾਲੇ ਤੋਂ ਗੁਰੂ ਅੰਗਦ ਸਾਹਿਬ ਨੇ, ਦਰਅਸਲ ਸਿੱਖ ਇਤਿਹਾਸ ਦੀ ਸਭ ਤੋਂ ਪਹਿਲੀ ਜਿਹੜੀ ਬੁੱਕ ਹੈ ਨਾ, ਉਹ ਜਨਮ ਸਾਖੀ ਹੈ। ਕਿਉਂਕਿ ਉੱਥੋਂ ਹੀ ਸ਼ੁਰੂਆਤ ਹੋਈ। ਗੁਰੂ ਨਾਨਕ ਦੀ ਕਥਾ ਸਾਰੀ ਇਸ ਜਨਮ ਸਾਖੀ 'ਚ ਹੈ। ਜੋ ਖਡੂਰ ਸਾਹਿਬ ਬਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਸਾਰੀ ਕਥਾ ਸੁਣੀ, ਫਿਰ ਅੱਗੇ ਕਥਾ ਵਧੀਆਂ। ਤੇ ਗੁਰੂ ਨਾਨਕ ਦਾ ਜੀਵਨ ਹੀ ਨਹੀਂ ਸੁਣਾਵਾਂਗੇ ਤੇ ਫਿਰ ਕੌਣ ਮੰਨੇਗਾ? ਆਪਾਂ ਕਿਹੜਾ ਨਾਲ ਸੀ ਜੋ ਸੱਪ ਨੇ ਛਾਂ ਕੀਤੀ ਸੀ, ਜਾਂ ਊੜਾ ਐੜਾ ਲਿਖਿਆ ਸੀ ਫੱਟੀ ਤੇ ਜਨੇਊ ਲਾਇਆ ਸੀ? ਅਸਲ ਤਾਂ ਕੋਈ ਸੀ ਕੋਲੇ ਜਿਹਨੇ ਸਾਰਾ ਕੁਝ ਵੇਖਿਆ ਸੀ, ਉਹ ਭਾਈ ਬਾਲਾ ਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ ਜੀ ਭਾਈ ਬਾਲਾ ਜੀ ਦਾ ਜ਼ਿਕਰ ਨਹੀਂ ਕੀਤਾ ਭਾਈ ਗੁਰਦਾਸ ਨੇ, ਤੇ ਭਾਈ ਗੁਰਦਾਸ ਜੀ ਤੋਂ ਤਾਂ ਕਈ ਸਿੱਖਾਂ ਦਾ ਜ਼ਿਕਰ ਰਹਿ ਗਿਆ। ਇਹਦਾ ਮਤਲਬ ਉਹ ਨਹੀਂ ਹੋਣਗੇ। ਕਹਿੰਦੇ ਫਿਰ ਦੂਜੀ ਉਦਾਹਰਨ ਦਿੰਦੇ ਜੀ ਗੁਰੂ ਗ੍ਰੰਥ ਸਾਹਿਬ 'ਚ ਬਾਲੇ ਦਾ ਜ਼ਿਕਰ ਨਹੀਂ ਹੈ। ਤੇ ਗੁਰੂ ਗ੍ਰੰਥ ਸਾਹਿਬ ਤਾਂ ਹੋਰ ਬੜੇ ਸਿੱਖਾਂ, ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਨਹੀਂ ਗੁਰੂ ਗ੍ਰੰਥ ਸਾਹਿਬ 'ਚ, ਗੁਰੂ ਹਰਿਰਾਏ ਸਾਹਿਬ ਦਾ ਜ਼ਿਕਰ ਨਹੀਂ ਹੈ, ਗੁਰੂ ਹਰਕ੍ਰਿਸ਼ਨ ਮਹਾਰਾਜ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਤੁਹਾਨੂੰ ਲੱਭਣਗੇ। ਆਖੋ ਸਤਿਨਾਮ। ਫਿਰ 10 ਪਾਤਸ਼ਾਹੀਆਂ ਦੀ ਜੋਤ ਕਿੱਦਾਂ ਕਹਿੰਦੇ ਹੋ? ਭਾਵਨਾ ਵਾਲਿਓ ਪ੍ਰਗਟ ਗੁਰਾਂ ਕੀ ਦੇ ਹੈ, ਕਦੇ ਵੀ ਸ਼ੰਕਾ ਨਹੀਂ ਕਰਨਾ। ਕਿਉਂਕਿ ਇਹ ਸੱਚ ਤਾਂ ਹੁੰਦਾ ਹੈ ਕਿ ਗੁਰੂ ਨਾਨਕ ਦੀ ਬਾਣੀ ਪਹਿਲਾ ਪ੍ਰਕਾਸ਼ ਤੇ ਬਾਅਦ ਵਿੱਚ ਧੀਰ ਮੱਲੀਆਂ ਕੋਲ ਮਾਰੇ ਦੀ ਬੀੜ। ਉਹਨਾਂ ਨੇ ਦੇਣ ਤੋਂ ਇਨਕਾਰ ਕਰਤਾ, ਕਹਿਣ ਲੱਗੇ ਜੀ ਇੰਨਾ ਹੀ ਗੁਰੂ ਸਮਰੱਥ ਹੈ ਤੇ ਆਪ ਉਚਾਰ ਦੇ। ਤੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸਾਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਰਸਨਾ ਤੋਂ ਉਚਾਰਿਆ। ਖੁਦਾ ਨੂੰ ਕੌਣ ਜਾਣ ਸਕਦਾ ਹੈ? ਤੇ ਹੁਣ ਇਹ ਵੀ ਗੱਲ ਨਾਲ ਮਿਲਦੀ, ਕਈ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦੀ ਤਾਂ ਬਾਣੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ, ਕਹਿੰਦੇ ਆ ਨਾ। ਇਦਾਂ ਕਰਾਂਗੇ ਤੇ ਫਿਰ ਕੁਝ ਵੀ ਨਹੀਂ ਲੱਭਣਾ, ਕਿਉਂਕਿ ਉੱਥੇ ਉਹਨਾਂ ਨੇ ਸਰੂਪ ਨਹੀਂ ਸੀ ਦਿੱਤਾ। ਤੇ ਮਹਾਰਾਜ ਦੇ ਬਚਨ ਵੀ ਹੋਏ ਸੀ ਵੀ ਗੁਰੂ ਮਹਾਰਾਜ ਦੇ ਪਿਆਰ ਨੂੰ ਵੰਡੀ ਦਾ ਹੁੰਦਾ, ਲੁਕਾਈ ਦਾ ਨਹੀਂ ਹੁੰਦਾ। ਉਹਨਾਂ ਕਿਹਾ ਅਸੀਂ ਨਹੀਂ ਦੇਣਾ। ਮਹਾਰਾਜ ਕਹਿੰਦੇ ਫਿਰ ਜਿਹੜਾ ਪੜੂਗਾ ਉਹ ਦੁਨੀਆ ਹੀ ਨਹੀਂ ਵੇਖੂਗਾ, ਅੰਨਾ ਹੋ ਜਾਊਗਾ। ਇਹ ਮਹਾਰਾਜ ਦੇ ਬਚਨ ਨਿਕਲ ਗਏ ਸੀ ਮੁਖ 'ਚੋਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕਲਯੁਗ ਹੈ ਤੇ ਆਪਾਂ ਫਿਰ ਵੀ ਕਿਤੇ ਨਾ ਕਿਤੇ ਭਾਗਾਂ ਵਾਲੇ ਜਿਨ੍ਹਾਂ ਨੂੰ ਇੰਨਾ ਵੇਖ ਕੇ ਮੰਨਦਾ ਹੈ। ਕਲਯੁਗ ਦੇ ਕੱਪੜਾ ਕੋਈ ਨਹੀਂ ਸੀ ਤੇ ਬਾਬੇ ਨਾਨਕ ਨਾਲ ਮਰਦਾਨਾ ਸੀ। ਕਹਿੰਦਾ ਬਾਬਾ ਇਹ ਕੀ ਬਲਾ ਏ, ਦਰਖਤ ਪੁੱਟੀ ਆਵੇ ਮੂੰਹ 'ਚੋਂ ਅੱਗ ਕੱਢੇ, ਹਨੇਰ ਝੱਖੜ ਝੁੱਲੇ। ਤੇ ਭਾਈ ਮਰਦਾਨਾ ਕਹਿੰਦਾ ਬਾਬਾ ਅੱਜ ਥਾਏ ਮਰੇ ਹੋਸੀ, ਕਿੱਥੇ ਪਿਸ਼ਾਚ ਛੱਡਿਆ ਮੇਰੇ? ਗੁਰੂ ਨਾਨਕ ਸਾਹਿਬ ਕਹਿੰਦੇ 7 ਕਰਤਾਰ ਬੋਲ ਤੈਨੂੰ ਕੁਛ ਨਹੀਂ ਹੁੰਦਾ। ਇਹ ਕਲਯੁਗ ਹੈ। ਤੇ ਜਦੋਂ ਮਹਾਰਾਜ ਨਾਲ ਗੱਲਾਂ ਬਾਤਾਂ ਚੱਲੀਆਂ ਤੇ ਕਹਿੰਦੇ ਪਾਤਸ਼ਾਹ ਕਹਿੰਦੇ ਤੂੰ ਨੰਗਾ ਹੋਏ? ਕਹਿੰਦੇ ਮੈਂ ਕਲਯੁਗ ਹੈ, ਮੇਰੀ ਪਛਾਣ ਹੀ ਇਹ ਵੀ ਜਿਵੇਂ ਜਿਵੇਂ ਮੇਰਾ ਪ੍ਰਤਾਪ ਵਧੂ ਲੋਕੀ ਨੰਗੇ ਹੁੰਦੇ ਜਾਣਗੇ। ਤੇ ਝੂਠ ਕਿ ਸੱਚ ਹੈ? ਵੀ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਪਹਿਲਾਂ ਆਪਣੀਆਂ ਦਾਦੀਆਂ ਛੇਤੀ ਕੀਤੀਆਂ ਕਿਸੇ ਨੂੰ ਚਿਹਰਾ ਨਹੀਂ ਸੀ ਵਿਖਾਉਂਦੇ। ਸਪੈਸ਼ਲ ਲੋਕੀ ਜਾਂਦੇ ਹੁੰਦੇ ਸੀ, ਵਿਆਹ ਹੋਣਾ ਕਹਿਣਾ ਮੂੰਹ ਵੇਖਣ ਜਾਣਾ, ਪੈਸੇ ਦੇ ਕੇ ਵਿਖਾਉਂਦੇ, ਇੰਨੀ ਪੱਤ ਸੀ। ਹੁਣ ਤੇ ਪਿਆਰਿਓ ਸਟੇਜਾਂ ਦੇ ਉੱਤੇ ਸਾਰਾ ਕੁਝ ਆਪਾਂ ਵੇਖਣਾ ਹੀ ਹੈ। ਹੁਣ ਮੈਂ ਕਿ ਉਸ ਪਾਸੇ ਜਾਣਾ ਵੀ ਉੱਥੇ ਜਾ ਕੇ ਜਦੋਂ ਬੁੱਕ ਕਰੀਦਾ ਲਾਈਵ ਚੱਲਦਾ ਮਾਫੀ ਦੇ ਦੇਣੀ, ਸੱਚਾ ਪ੍ਰਚਾਰ ਹੈ। ਕਹਿੰਦੇ ਜੇ ਤੇ ਪੂਰੇ ਕੱਪੜੇ ਪਾਉਣੇ ਤੇ 2 ਲੱਖ, ਤੇ ਜੇ ਅੱਧੇ ਕੱਪੜੇ ਤੇ ਫਿਰ 5 ਲੱਖ। ਕਹਿੰਦੇ ਅੱਧੇ ਹੀ ਰਹਿਣ ਦਿਓ, 5 ਦੇ ਦਾਂਗੇ। ਤੇ ਜਦੋਂ ਸੁਖਮਨੀ ਸਾਹਿਬ ਕਰਾਉਣਾ ਉੱਥੇ ਆ ਕੇ ਬਿਮਾਰੀ ਲੱਗ ਜਾਂਦੀ। ਵੇਖੋ ਜੀ ਭਵਿੱਖ ਤਾਂ ਹੀ ਰੁਲ ਗਿਆ ਤੇ ਜਿੱਥੋਂ ਜ਼ਿੰਦਗੀ ਮਿਲਣੀ ਸੀ ਉੱਥੇ 1100-2100 ਤੋਂ ਕਲੇ ਪੈ ਜਾਣੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਤੇ ਨਾ ਕਿਤੇ ਉਹਦਾ ਰਿਜ਼ਲਟ ਮਾੜਾ ਨਿਕਲਦਾ। ਤੋ ਆਪਾਂ ਸੋਚਿਆ ਕਰੀਏ, ਥੋੜਾ ਜਿਹਾ ਯਤਨ ਕਰੀਏ। ਬਾਕੀ ਅੱਗ ਬਹੁਤ ਜ਼ਿਆਦੀ ਵੱਧ ਗਈ ਹੈ। ਹੁਣ ਤੇ ਚਿੜੀ ਵਾਂਗੂ ਹੌਸਲਾ ਇਹੋ ਹੀ ਆ ਵੀ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ। ਇੰਨਾ ਹੀ ਬੜਾ ਵੀ ਜਿੰਨਾ ਤੁਹਾਡੇ ਨਾਲ ਜਿਹਦਾ ਪ੍ਰੇਮ ਪਿਆਰ ਉਹਨੂੰ ਕਹਿ ਲਿਆ ਕਰੋ, ਬਸ ਦੂਜੇ ਨੂੰ ਨਹੀਂ ਕਹਿਣਾ।
ਕਿਉਂਕਿ ਆਪਣਾ ਪਰਿਵਾਰ ਹੈ ਸਾਰਾ, ਇੱਥੇ ਰੋਜ਼ ਆਪਾਂ ਜੁੜਦੇ ਤਾਂ ਬਚਨ ਕਰ ਲਈਦੇ, ਦੂਜੇ ਤੋਂ ਸਿਰ ਫੜਵਾਉਣਾ ਕਹਿਣ ਦੀ ਬਾਤ ਥੋੜੀ ਨਹੀਂ। ਤੋ ਇਸ ਕਰਕੇ ਮਹਾਰਾਜ ਦੇ ਬਚਨ ਹੋਏ ਸੀ। ਪਾਤਸ਼ਾਹ ਕਹਿੰਦੇ ਆ ਕੀ ਕੀਤਾ? ਕਹਿੰਦੇ ਬਾਬਾ ਮੇਰਾ ਤੇਜ ਪ੍ਰਤਾਪ ਹੈ, ਮੈਂ 2 ਰਸਾਂ ਥਾਣੀ ਲੋਕ ਖਤਮ ਕਰ ਦੇਣੇ, ਇੱਕ ਮੂੰਹ ਦਾ ਰਸ, ਇੱਕ ਕਾਮ ਦਾ ਰਸ। ਤੇ ਅੱਜ ਕੀ ਬੁੱਢਾ ਕੀ ਬੱਚਾ ਹਿੱਲ ਗਈ ਦੁਨੀਆ, ਉਦਾਂ ਹੀ ਕਿੱਦਾਂ ਦੀਆਂ ਨਿਊਜ਼ਾਂ ਆਪਾਂ ਵੇਖੀ ਦੀਆਂ ਏ। ਤੇ ਬਸ ਇਹ ਦੋਨਾਂ ਚੀਜ਼ਾਂ ਨੇ ਦੁਨੀਆ ਤਬਾਹ ਕਰਤੀ ਆ। ਤੇ ਪਤਾ ਹੀ ਨਹੀਂ ਕਿੰਨੇ ਕੁ ਵੱਡੇ ਕਰਮ ਜੇ ਜਿਹੜੇ ਤੁਸੀਂ ਚੌਂਕੜੇ ਮਾਰ ਕੇ ਬੈਠੇ, ਚੌਂਕੜਾ ਲੱਭਦਾ ਕਿਤੇ ਨਹੀਂ ਹੁਣ। ਗੁਰਦੁਆਰੇ ਬੜੇ ਸੁੰਦਰ ਹੈ, ਬੜੇ ਬੜੇ ਸੁੰਦਰ ਫਰਨੀਚਰ ਹੈ, ਬੜੇ ਬੜੇ ਸੁੰਦਰ ਪੱਥਰ ਹੈ, ਤੇ ਸੰਗਤ ਕੋਨੀ ਜੇ। ਤੇ ਪਹਿਲਾਂ ਕੁਟੀਆ 'ਚ ਗੁਰੂ ਗ੍ਰੰਥ ਸਾਹਿਬ ਹੁੰਦੇ ਸੀ, ਬਜ਼ੁਰਗਾਂ ਨੂੰ ਪਤਾ। ਤੇ ਕੁਟੀਆ ਦੇ ਬਾਹਰ ਕਿਲੋਮੀਟਰ ਤੱਕ ਬਾਬਾ ਅਤਰ ਸਿੰਘ ਜੀ ਦੀਵਾਨ ਲਾਉਂਦੇ ਰਹੇ, ਕਿਲੋਮੀਟਰ ਤੱਕ ਸੰਗਤਾਂ ਬਹਿੰਦੀਆਂ ਸੀ ਕੁਟੀਆ ਕੱਖਾਂ ਦੀ 'ਚ। ਹੁਣ ਤਾਂ ਸਾਰਾ ਕੁਝ ਸੁੰਦਰ ਹੈ, ਪਰ ਅੰਦਰ ਨਹੀਂ ਸੁੰਦਰ ਰਹਿ ਗਿਆ। ਤੋ ਕਰਮਾਂ ਵਾਲੇ ਤੁਸੀਂ ਫਿਰ ਵੀ ਜੋ ਮੋਹਰ ਲਾਈ ਜਾਂਦੇ ਜੇ ਟਾਈਮ ਦੇ ਨਾਲ। ਇਸ ਕਰਕੇ ਅੱਜ 4 ਸਵਾ ਸੋਸਾਇਟੀਆਂ ਦਾ ਇਹੋ ਹੀ ਬਿਆਨ ਸੀ। ਕਹਿੰਦੇ ਬਾਬਾ ਜੀ ਐਤਕੀ ਤੁਸੀਂ ਪ੍ਰਬੰਧ ਕਰ ਲਿਓ, ਅਸੀਂ 25 ਜਾਣੇ ਸੀ, 3 ਕੁ ਰਹਿ ਗਏ, ਬਾਕੀ ਮੁੰਡੇ ਸਾਰੇ ਬਾਹਰ ਚਲੇ ਗਏ। ਕਿੰਨਾ ਭਵਿੱਖ ਪੰਜਾਬ ਦਾ ਚੜ ਗਿਆ ਜਹਾਜ਼ਾਂ ਤੇ। ਇਸ ਕਰਕੇ ਸੱਚੀ ਗੱਲ ਕਿਸੇ ਨੇ ਕਹੀ ਵੀ ਜਵਾਨੀ ਗੋਰੇ ਲੈ ਗਏ, ਮਾਂ ਪਿਓ ਨੂੰ ਹੌਕੇ ਤੇ ਬੱਚਿਆਂ ਨੂੰ ਮੋਬਾਈਲ ਲੈ ਗਿਆ, ਵੇਲ ਪੈ ਗਈ। ਪਰ ਆਪਾਂ ਫਿਰ ਵੀ ਕਿਤੇ ਨਾ ਕਿਤੇ ਸਹੀ ਸਮੇਂ ਤੇ ਆ ਕੇ ਬੈਠੇ ਜੇ। ਇਸ ਸਮੇਂ ਨੂੰ ਗਵਾਇਓ ਨਾ, ਇਹ ਸਮਾਂ ਮੁੜ ਕੇ ਆਉਣ ਵਾਲੇ ਸਮੇਂ 'ਚ ਤਰਸਿਆ ਕਰਨਾ, ਤਰਸਿਆ। ਕਿਉਂਕਿ ਗੁਰੂ ਸਾਹਿਬ ਮਹਾਰਾਜ ਆਪ ਜਾਣਦੇ ਆਪਾਂ ਕੀ ਕਹਿ ਸਕਦੇ ਹਾਂ। ਪਰ ਜੋ ਬਚਨ ਹੈ ਨਾ ਆਸਾ ਦੀ ਵਾਰ ਦੇ, ਘਟੰਤ ਰੂਪੰ ਘਟੰਤ ਦੀਪੰ, ਕਿ ਸਾਰਾ ਕੁਝ ਇੱਕ ਦਿਨ ਘਟਦਾ ਘਟਦਾ ਘਟ ਜਾਵੇਗਾ। ਕਹਿਣ ਲੱਗੇ ਉਸ ਵੇਲੇ ਮਹਿਤਾ ਕਲਿਆਣ ਦਾਸ ਜੀ ਆਪਣੇ ਛੋਟੇ ਭਰਾ ਲਾਲੂ ਜੀ ਨੂੰ ਕਹਿਣ ਲੱਗੇ, ਲਾਲੂ ਜਾ ਜਾ ਕੇ ਵੈਦ ਨੂੰ ਬੁਲਾਉਣਾ ਕਰ। ਕਹਿੰਦੇ ਕਿੰਨਾ ਭਰਾਵਾਂ 'ਚ ਪਿਆਰ ਸੀ, ਇਹ ਕਥਾ ਸਿਖਾਉਂਦੀ ਹੈ ਕੁਝ। ਕਹਿਣ ਲੱਗੇ ਵੱਡੇ ਭਰਾ ਨੇ ਦਬਕਾ ਮਾਰਿਆ ਤੇ ਛੋਟਾ ਕਹਿੰਦਾ 7 ਵਚਨ ਹੈ। ਤੇ ਜੇ ਅੱਜ ਵਰਗਾ ਹੁੰਦਾ ਤੇ ਕਹਿੰਦਾ ਮੈਂ ਤੇਰਾ ਨੌਕਰ, ਮੈਂ ਤੇਰੇ ਆਖੇ ਕਿਉਂ ਲੱਗਾ। ਤੋ ਇਸ ਕਰਕੇ ਮੁਹੱਬਤ ਸਿਖਾਉਂਦੀ ਕਥਾ ਵੀ ਜਿਹੜੇ ਵੱਡੇ ਭਰਾ ਨੇ ਛੋਟੇ ਉਹਨਾਂ ਦਾ ਸਤਿਕਾਰ ਕਰਨ, ਤੇ ਵੱਡੇ ਵੀ ਉਹਨਾਂ ਦਾ ਬਣਦਾ ਮਾਣ ਦੇਣ। ਦੋਹਾਂ ਪਾਸੇ ਪਿਆਰ ਹੈ। ਤੋ ਕਿੰਨਾ ਪਿਆਰ ਹੋਵੇਗਾ। ਮਹਿਤਾ ਕਲਿਆਣ ਦਾਸ ਦੇ ਛੋਟੇ ਭਾਈ ਚਾਚਾ ਲਾਲੂ ਜੀ ਬੜੇ ਪ੍ਰੇਮ ਦੇ ਨਾਲ ਬੁਲਾਉਣ ਵਾਸਤੇ ਚਲੇ ਗਏ। ਔਰ ਕਹਿੰਦੇ ਹਰੀਦਾਸ ਉਹਦਾ ਨਾਂ ਹੈ ਵੈਦ ਦਾ। ਕਹਿੰਦੇ ਉਹਨੂੰ ਜਾ ਕਰਕੇ ਆਵਾਜ਼ ਮਾਰੀ ਹੈ। ਕਹਿੰਦੇ ਜਦੋਂ ਹਰਦਾਸ ਜੀ ਨੇ ਪੁੱਛਿਆ ਕੌਣ ਹੈ, ਕਹਿੰਦੇ ਜੀ ਮੈਂ ਗੁਰੂ ਨਾਨਕ ਦਾ ਚਾਚਾ। ਉਹਨੂੰ ਪਤਾ ਸੀ ਪਿਆਰ ਦਾ, ਥੋੜਾ ਜਿਹਾ ਬਾਪੂ ਹੀ ਗਰਮ ਸੀ। ਜਦੋਂ ਹਰਦਾਸ ਜੀ ਨੂੰ ਕਿਹਾ ਜੀ ਤੁਹਾਨੂੰ ਬੁਲਾਇਆ ਪਟਵਾਰੀ ਸਾਹਿਬ ਨੇ। ਸੰਗਤੇ ਤੁਸੀਂ ਜਿੰਨੇ ਬੈਠੇ ਆ ਇੱਕ ਵਾਰੀ ਦੋਵੇਂ ਹੱਥ ਜੋੜ ਕੇ ਕਹੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ। ਸ਼ੁਕਰ ਕਰਿਆ ਕਰੋ ਮਹਾਰਾਜ ਨੇ ਆਪਾਂ ਨੂੰ ਬੁਲਾ ਲਿਆ। ਇਸ ਘਰ 'ਚ ਉੱਦਾਂ ਕੋਈ ਨਹੀਂ ਆਉਂਦਾ, ਜਿਹਨੂੰ ਮਹਾਰਾਜ ਸੱਦਾ ਦਿੰਦੇ ਉਹ ਆ ਸਕਦਾ। ਔਰ ਇਹ ਵੱਡੀ ਕਿਰਪਾ ਕੀਤੀ ਹੈ ਕਿ ਕੋਈ ਕਚਹਿਰੀ 'ਚ, ਕੋਈ ਹਸਪਤਾਲ, ਕੋਈ ਥਾਣੇ 'ਚ, ਕੋਈ ਕਿਤੇ ਰੁਲਦਿਆ ਸਾਰਾ ਸਾਰਾ ਦਿਨ ਲੋਕੀ ਰੁਲਦੇ। ਸ਼ੁਕਰ ਕਰਿਆ ਕਰੋ ਸਤਿਗੁਰੂ ਪ੍ਰਸ਼ਾਦਾ ਅੱਧਾ ਦੇ ਦਿਓ, ਛੱਤ ਕੱਚੀ ਦੇ ਦਿਓ, ਪਰ ਕਦੇ ਆਪਣੇ ਤੋਂ ਦੂਰ ਨਾ ਕਰਿਓ। ਬਸ ਆਪਣੇ ਪਿਆਰ ਨਾ ਖੋਇਓ, ਇੱਕ ਘੜੀ ਨਾ ਮਿਲਤੇ ਇਸ ਕਰਕੇ ਕਹਿੰਦੇ ਹਰਦਾਸ ਜੀ ਨੂੰ ਚਾਅ ਚੜ ਗਿਆ ਜਦੋਂ ਪਤਾ ਲੱਗਾ ਕਿ ਨਾਨਕ ਦੇ ਘਰੋਂ ਬੁਲਾਵਾ ਆਇਆ ਹੈ। ਤੇ ਬੜੇ ਪ੍ਰੇਮ ਨਾਲ ਕਹਿੰਦੇ ਧੰਨ ਭਾਗ ਸਾਡੇ, ਧੰਨ ਭਾਗ ਸਾਡੇ, ਧੰਨ ਭਾਗ ਸਾਡੇ। ਸੰਗਤੇ ਆਪਾਂ ਤਾਂ ਬਹੁਤ ਹੀ ਭਾਗਾਂ ਵਾਲੇ ਆ। ਬਾਬੇ ਨਾਨਕ ਦਾ ਵਿਆਹ ਚੱਲ ਰਿਹਾ। ਗੁਰੂ ਨਾਨਕ ਜਿਸ ਧਰਤੀ ਤੇ 14 ਸਾਲ 9 ਮਹੀਨੇ 13 ਦਿਨ ਬੈਠਾ, ਉਹ ਧਰਤੀ ਤੇ ਆਪਾਂ ਰਹਿੰਦੇ ਆ। ਜਿੱਥੋਂ ਬਾਬੇ ਨੇ ਕੀਰਤਨ ਆਰੰਭ ਕੀਤਾ, ਬਾਣੀ ਆਰੰਭ ਕੀਤੀ, ਤੇ ਉਦਾਸੀਆਂ ਵੀ ਆਰੰਭ ਕੀਤੀਆਂ, ਤੇ ਗ੍ਰਸਤੀ ਜੀਵਨ ਵੀ ਆਰੰਭ ਕੀਤਾ।
ਮਹਾਂਪੁਰਖਾਂ ਵੱਲੋਂ ਸੱਦਾ ਪੱਤਰ ਆਇਆ, ਮੈਂ ਸਮਾਪਤੀ ਤੇ ਬੇਨਤੀ ਕਰੂੰ। ਕੱਲ ਨੂੰ ਇੱਕ ਤਾਂ ਬਰਾਤ ਜਾਣੀ ਹੈ ਬਟਾਲਾ ਸਾਹਿਬ ਦੀ ਧਰਤੀ ਤੇ, ਦੂਜਾ ਬੇਬੇ ਦੇ ਪੁਰਾਤਨ ਘਰ ਦੇ ਵਿੱਚ ਅਖੰਡ ਜਾਪ ਆਰੰਭ ਨੇ ਕੱਲ ਰੋਜ਼ ਤੋਂ। ਕੱਲ ਨੂੰ ਉਹਨਾਂ ਦੇ 10 ਵਜੇ ਭੋਗ ਪੈਣੇ ਹੈ। 1 ਵਜੇ ਤੱਕ ਦੀਵਾਨ ਸਜਣੇ ਦਾਸ ਨੇ ਵੀ ਹਾਜ਼ਰੀ ਭਰਨੀ ਹੈ। ਗੁਰੂ ਸੰਗਤਾਂ ਤੱਕ ਆਪ ਜੀ ਤੱਕ ਸੁਨੇਹਾ ਦਿੱਤਾ ਹੈ। ਸੋ ਮਹਾਰਾਜ ਕਿਰਪਾ ਕਰਨੀ। ਸੱਚ ਹੈ ਕਿ ਇੱਥੇ ਰਹਿੰਦਿਆਂ ਨੂੰ 30 ਸਾਲ ਏਜ ਮੇਰੀ ਹੋ ਗਈ ਆ, ਤੇ ਅਜੇ ਤੱਕ ਇਹ ਨਹੀਂ ਸੀ ਪਤਾ ਵੀ ਬੇਬੇ ਦਾ ਘਰ ਕਿਹੜਾ। ਅਸਲ 'ਚ ਸਿੱਖ ਇਤਿਹਾਸ ਦਾ ਸਭ ਤੋਂ ਪਹਿਲਾ ਗੁਰਦੁਆਰਾ, ਸਿੱਖ ਇਤਿਹਾਸ ਦਾ ਸਭ ਤੋਂ ਪਹਿਲਾ ਸਿੱਖੀ ਦਾ ਕੇਂਦਰ ਬੇਬੇ ਦਾ ਘਰ ਆ, ਜਿੱਥੋਂ ਗੁਰੂ ਨਾਨਕ ਨੇ ਮਾਰਿਆ ਸਿੱਕਾ ਜਗਤ ਵਿੱਚ। ਨਾਨਕ ਨਿਰਮਲ ਚੜਿਆ ਸੋਧਣ ਧਰਤ ਲੁਕਾਈ। ਉਹ ਉਸ ਘਰ ਦੇ ਵਿੱਚੋਂ ਪਿਆਰ ਮਿਲਿਆ, ਰਬਾਬ ਚੱਲੀ। ਤੇ ਅੱਜ ਹੀ ਪਤਾ ਨਹੀਂ ਕੀ ਫਿਦਰਤ ਹੈ ਦੁਨੀਆ ਦੀ ਵੀ ਜਿਹੜੇ ਝੂਠੇ ਦੁਆਰੇ ਆ ਨਾ, ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਹੈ, ਜਿੱਦਾਂ ਬੜੀਆਂ ਕਬਰਾਂ ਜਠੇਰੇ ਵਗੈਰਾ, ਬੜੀ ਦੁਨੀਆ ਜਾਣਦੀ ਉਹਨਾਂ ਨੂੰ, ਪਰ ਜਿਹੜਾ ਸੱਚ ਦਾ ਪੈਗਾਮ ਲੈ ਕੇ ਆਉਣ ਵਾਲਾ ਘਰ ਸੀ ਉਹਦੇ ਬਾਰੇ ਪਤਾ ਹੀ ਨਹੀਂ। ਅਸੀਂ ਖੁਦ ਹੀ ਇਹ ਸੜਕ ਤੇ ਇੱਥੇ ਮੱਥਾ ਟੇਕੀ ਦਾ। ਬਹੁਤੇ ਅੱਜ ਵੀ ਕਹਿੰਦੇ ਬੇਬੇ ਦਾ ਘਰ ਉਹ ਟਰਸਟ ਹੈ, ਬੇਬੇ ਦਾ ਘਰ ਨਹੀਂ ਹੈ। ਉਹ ਯਾਦ ਵਿੱਚ ਬਣਾਇਆ ਵੀ ਮੇਨ ਰੋਡ ਤੇ ਵੀ ਆਉਂਦਾ ਜਾਂਦਾ ਸੌਖਾ ਮੱਥਾ ਟੇਕ ਲੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਮਹਿਸੂਸ ਕਰਿਓ ਅੱਜ ਰਾਤ ਨੂੰ ਕਿੰਨੇ ਚਾਅ ਕੀਤੇ ਹੋਣਗੇ ਬੇਬੇ ਨੇ, ਕਿੰਨਾ ਕੁਝ ਬਣਾਇਆ ਹੋਵੇਗਾ ਆਪਣੇ ਵੀਰ ਲਈ। ਕਿਉਂਕਿ ਉਹਨੇ ਅਰਦਾਸ ਹੀ ਇਹ ਕੀਤੀ ਸੀ। ਮਹਾਰਾਜ ਕਹਿੰਦੇ ਸੀ ਬੇਬੇ ਤੈਨੂੰ ਕੋਈ ਧੀ ਪੁੱਤ ਨਹੀਂ ਚਾਹੀਦਾ। ਸਾਰੀਆਂ ਭੈਣਾਂ ਮਾਵਾਂ ਉਦੋਂ ਉਹਨਾਂ ਦੀ ਜ਼ਿੰਦਗੀ ਸਫਲ ਹੁੰਦੀ ਜਦੋਂ ਉਹਨਾਂ ਦੇ ਘਰ ਬੱਚਾ ਹੁੰਦਾ, ਭਾਵੇਂ ਧੀ ਹੋਵੇ ਜਾਂ ਪੁੱਤ ਹੋਵੇ। ਪੂਰਾ ਕਦੇ ਸ਼ਿੰਗਾਰ ਨਾ ਹੋਵੇ, ਜੇ ਗੋਦੀ 'ਚ ਲਾਲ ਨਾ ਹੋਵੇ। ਤੇ ਕਹਿੰਦੇ ਬੇਬੇ ਤੇਰਾ ਕਦੇ ਮਨ ਨਹੀਂ ਕੀਤਾ। ਤੇ ਬੇਬੇ ਦੇ ਅੰਦਰੋਂ ਆਵਾਜ਼ ਆਈ, ਕਹਿੰਦੇ ਬਾਬਾ ਮੈਂ ਆਪ ਹੀ ਨਹੀਂ ਮੰਗਦੀ, ਕਿਉਂਕਿ ਮੈਨੂੰ ਪਤਾ ਜੇ ਬੱਚੇ ਆ ਗਏ ਤੇ ਮੇਰਾ ਧਿਆਨ ਬੱਚਿਆਂ 'ਚ ਹੋ ਜਾਣਾ, ਤੇਰੇ ਨਾਲੋਂ ਹਾਂਜੀ ਟੁੱਟ ਜਾਣਾ। ਤੇ ਤੁਸੀਂ ਵੀ ਭੈਣੋ ਧੰਨ ਜੇ, ਕਿੰਨੀ ਦੂਰੋਂ ਆ ਕੇ ਜਾ ਕੇ ਬੱਚੇ ਵੀ ਸਾਂਭਣੇ, ਕੱਪੜੇ ਧੋਣੇ, ਰੋਟੀ, ਪਰ ਤੁਸੀਂ ਫੇਰ ਵੀ ਰੋਜ਼ ਆਉਣੇ। ਇਹ ਤੁਹਾਡਾ ਪਿਆਰ ਹੀ ਹੈ ਨਾ, ਤੁਸੀਂ ਬੇਬੇ ਦੀ ਅੰਸ਼ ਬੰਸ ਵਿੱਚੋਂ ਜੇ। ਬੇਬੇ ਕਹਿੰਦੀ ਸੀ ਮੈਂ ਨਹੀਂ ਚਾਹੁੰਦੀ ਕਿ ਮੇਰਾ ਪਿਆਰ ਕਿਸੇ ਹੋਰ ਦੇ ਹਿੱਸੇ ਆਵੇ। ਮੇਰੇ ਜਿੰਨੇ ਸਵਾਸ ਨੇ ਮੈਂ ਰਹਿੰਦੇ ਸਵਾਸਾਂ ਤੱਕ ਸਾਰਾ ਪਿਆਰ ਗੁਰੂ ਨਾਨਕ ਤੈਨੂੰ ਹੀ ਕਰਨਾ। ਕਿੰਨਾ ਚਾਅ ਹੋਵੇਗਾ ਕਿ ਆਪਣੀਆਂ ਆਸਾਂ ਖਤਮ ਕਰਕੇ ਕਿਸੇ ਵਾਸਤੇ ਜ਼ਿੰਦਗੀ ਜੀ ਕੇ ਵੇਖਿਓ, ਆਪਣੇ ਦੀ ਤਾਂ ਸਾਰੇ ਜੀਂਦੇ ਐ। ਧੰਨ ਬੇਬੇ ਨਾਨਕੀ ਜੀ, ਜਿਨ੍ਹਾਂ ਦਾ ਨਾਂ ਲਿਆਈ ਢਿੱਡ ਭਰ ਜਾਂਦਾ, ਆਖੋ ਸਤਿਨਾਮ। ਰੂਹ ਰੱਜ ਜਾਂਦੀ ਹੈ। ਉਸ ਬੇਬੇ ਨੂੰ ਕਿੰਨੇ ਚਾਅ ਹੋਣਗੇ, ਭੈਣਾਂ ਨੂੰ ਥੋੜੇ ਚਾਅ ਹੁੰਦੇ ਆ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਬੇ ਵੀ ਲਾਗੇ ਆ। ਤੇ ਵੈਦ ਜੀ ਨੂੰ ਸੱਦਣ ਗਏ ਤੇ ਵੈਦ ਨੂੰ ਚਾਅ ਚੜ ਗਿਆ। ਕਹਿੰਦੇ ਧੰਨ ਭਾਗ ਜਾਂਦਾ ਤੇ ਮੈਂ ਦਵਾਈਆਂ ਦੇਣ ਬਹੁਤ ਸੀ, ਪਰ ਅੱਜ ਰੱਬ ਦੇ ਘਰੋਂ ਸੱਦਾ ਆਇਆ। ਇਹ ਸੱਚ ਹੈ, ਮੈਂ ਲੁਕਾਉਂਦਾ ਨਹੀਂ ਹੁੰਦਾ। ਲੋਹੀਆਂ ਦੇ ਵਿੱਚ ਡਾਕਟਰ ਮਹੰਤ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਇੰਨੀ ਰੰਗੀ ਰੂਹ ਰੱਬ ਦੀ ਨਾ, ਤੇ ਤਕਰੀਬਨ ਹੀ ਆਪਾਂ ਜਾਈਦਾ। ਪਰ ਉਸ ਸ਼ਖਸ ਦੀ ਇਹ ਖਾਸੀਅਤ ਹੈ ਵੀ ਕਿਸੇ ਵੀ ਗੁਰੂ ਘਰੋਂ ਕੋਈ ਸੇਵਾਦਾਰ ਹੋਵੇ, ਕੋਈ ਗ੍ਰੰਥੀ ਹੋਵੇ, ਕੋਈ ਪਹਿਰੇਦਾਰ ਹੋਵੇ, ਉਹ ਪੈਸੇ ਨਹੀਂ ਲੈਂਦਾ। ਇੱਕ ਕਿਹਦੇ ਘਰ ਕਰਕੇ ਵੀ ਗੁਰੂ ਘਰ ਦੇ ਕੁੱਕਰ ਹੈ। ਇੰਨਾ ਅਦਬ ਚਾਹੀਦਾ ਵੀ ਹੈ ਤੇ ਰੱਬ ਕਮੀ ਵੀ ਨਹੀਂ ਰੱਖਦਾ। ਬਹੁਤ ਸੰਗਤਾਂ ਮਾਣ ਕਰਦਾ ਹੈ, ਕੋਈ ਸਾਧ ਸੰਗਤ ਵਿੱਚ ਕੋਈ ਸ਼ੱਕ ਨਹੀਂ। ਮਾਣ ਕਰੂੰ ਤੁਧੀ ਉਪਰੇ ਮੇਰੇ ਹਮ ਅਪਰਾਧੀ ਸਦ ਭੂਲ ਤੇ ਤੁਮਾਰੇ ਸੱਚੇ ਪਾਤਸ਼ਾਹ ਦੇ ਪਿਆਰ ਦੇ ਵਿੱਚ ਹਰਦਾਸ ਵੈਦ ਜੀ ਕਹਿੰਦੇ ਬਹੁਤ ਵੱਡੇ ਭਾਗ ਹਨ ਮੇਰੇ। ਤਨ ਪਰ ਬਸਨ ਲਏ ਸੁਖਦਾਈ, ਹਾਂਜੀ ਜੈ ਪਉਟੇ ਆਇਓ ਤੇ ਥਾਈ। ਕਹਿੰਦੇ ਛੇਤੀ ਛੇਤੀ ਆਪਣਾ ਦਵਾਈਆਂ ਵਾਲਾ ਥੈਲਾ ਚੁੱਕਿਆ ਹਰਦਾਸ ਨੇ। ਇਹ ਚੋਜ ਹੋ ਰਹੇ ਆ ਸਾਰੇ ਸਾਧ ਸੰਗਤ ਆਪਣੇ ਵਾਸਤੇ ਗਿਆਨ ਲਈ। ਇਹ ਜਿੰਨੀਆਂ ਵੀ ਰੂਹਾਂ ਬਾਬੇ ਨੂੰ ਮਿਲਦੀਆਂ ਕਿਤੇ ਉੱਦਾਂ ਥੋੜਾ ਸੀ। ਤੁਸੀਂ ਸੱਚ ਜਾਣਿਓ, ਜੇ ਦੌਲਤਾਂ ਦਾਈ ਸੀ, ਬੇਬੇ ਨਾਨਕੀ ਸੀ, ਪਾਂਧਾ ਗੋਪਾਲ ਸੀ, ਮੌਲਾਨਾ ਸੀ, ਪੰਡਤ ਹਰਦਿਆਲ ਸੀ, ਇਹ ਕੋਈ ਆਮ ਰੂਹਾਂ ਨਹੀਂ ਹੈ। ਇਹਨਾਂ ਦਾ ਰਿਸ਼ਤਾ ਪੁਰਾਣੇ ਸਮੇਂ ਤੋਂ ਹੀ ਹੈ, ਕਿਉਂਕਿ ਭਾਈ ਲਾਲੋ ਜੀ ਹੋ ਗਏ, ਮਰਦਾਨਾ ਜੀ ਹੋ ਗਏ, ਪੁਰਾਤਨ ਯਾਰ ਹੈ। ਭਾਈ ਫਰੰਦੇ ਨੇ ਕਿਹਾ ਸੀ ਮਰਦਾਨੇ ਨੂੰ, ਕਹਿੰਦਾ ਮਰਦਾਨਾ ਵੀ ਮੈਂ 3 ਦਿਨ ਤੈਨੂੰ ਲੱਭਦਾ ਰਿਹਾ ਤੇ ਤੂੰ ਲੱਭਾ ਨਹੀਂ,
ਹੁਣ ਕਿੱਥੋਂ ਆਇਆ? ਮੈਂ 3 ਦਿਨ ਸਾਰਾ ਇਲਾਕਾ ਛਾਣ ਮਾਰਿਆ ਵੀ ਫਰੰਦਾ ਕਿੱਥੇ ਰਹਿੰਦਾ। ਕਹਿੰਦੇ ਫਰੰਦਾ ਤੇ ਕੋਈ ਹੈ ਹੀ ਨਹੀਂ। ਵਾਹਿਗੁਰੂ ਕਹਿਣ ਲੱਗੇ ਫਿਰ ਆ ਜਾ, ਤੂੰ ਕੀ ਲੈਣਾ, ਤੂੰ ਅੰਬ ਖਾਣੇ ਕਿ ਬੂਟੇ ਕਹਿੰਦੇ ਆ? ਤੈਨੂੰ ਰਬਾਬ ਚਾਹੀਦੀ ਹੈ ਨਾ, ਹਾਲੇ ਰਬਾਬ ਮੇਰੇ ਨਾਨਕ ਨੂੰ ਭੇਟਾ ਕਰਦੀ। ਫਿਰ ਮਨ ਚ ਆਇਆ ਵੀ ਕਿਤੇ ਕੋਈ ਨਾਨਕ ਹੋਰ ਨਾ ਹੋਵੇ। ਕਹਿੰਦੇ ਮੈਂ ਵੀ ਤੇਰੇ ਨਾਲ ਹੀ ਚੱਲਦਾ, ਇੱਕ ਵਾਰੀ ਦਰਸ਼ਨ ਤੇ ਕਰ ਲਾਂ। ਫਿਰ ਉਹ ਸੁਲਤਾਨਪੁਰ ਆਇਆ ਸੀ, ਇੱਕ ਸ਼ਬਦ ਸੁਣਿਆ ਸੀ ਉਹਨੇ, ਤੇ ਫਿਰ ਬਾਬੇ ਨੂੰ ਕਹਿੰਦਾ ਅਸਾਂ ਨੂੰ ਵਿਦਾ ਕਰ ਦੇ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜਾ, ਸਾਡੇ ਸੱਜਣ ਨੂੰ ਥੋੜਾ ਦੂਰ ਵਿਦਾ ਕਰਿਆ। ਇਹ ਪੁਰਾਣੇ ਰਿਵਾਜ ਸਨ ਵੀ ਪ੍ਰਾਹੁਣੇ ਨੂੰ ਆਉਣਾ ਤੇ ਲਿਆਉਣਾ ਵੀ ਅੱਡੇ ਤੋਂ ਘਰਦਿਆਂ ਨੇ, ਤੇ ਸਵੇਰੇ ਚੜਾ ਕੇ ਆਉਂਦੇ ਹੁੰਦੇ ਸੀ। ਹੁਣ ਤਾਂ ਧੱਕਾ ਹੀ ਦੇ ਦਿੰਦੇ ਆ। ਹੁਣ ਤੇ ਪਹਿਲਾਂ ਹੀ ਕਹੀਦਾ ਛੇਤੀ ਬੂਹਾ ਲੰਘੇ ਤੇ ਮੈਂ ਢੋ ਕੇ ਸੋਵਾਂ, ਰੱਬ ਨੂੰ ਫੜਾ ਛੱਡਿਆ ਕੋ ਸਤਨਾਮ। ਘਟ ਗਿਆ ਨਾ ਪਿਆਰ। ਪਹਿਲੇ ਵੇਖੋ ਕਿਸੇ ਦੇ ਘਰ ਮੌਤ ਹੋਣੀ, ਸਾਰੀ ਰਾਤ ਜਾਗਣਾ, ਭੋਗ ਤੱਕ ਅਗਲੇ ਦੇ ਘਰ ਰਹਿਣਾ, ਤੇ ਹੁਣ ਪਤਾ ਵੀ ਲੱਗ ਜੇ ਤਾਂ ਵੀ ਫੋਨ ਬੰਦ ਕਰ ਲੈਂਦੇ ਵੀ ਕਿੱਥੇ ਵਕਤ ਨੂੰ ਫੜਾਂਗੇ, ਮੌਕੇ ਤੇ ਚੱਲਾਂਗੇ। ਕਈ ਫੋਨ ਕਰਕੇ ਕਹਿੰਦੇ ਕਿੱਦਾਂ ਪਹੁੰਚ ਗਏ ਮੜੀਆਂ 'ਚ? ਝੂਠ ਕੇ ਸੱਚ ਹੈ? ਫੋਨ ਕਰਨਗੇ ਨਾ ਵੀ ਪਹੁੰਚ ਗਿਆ, ਤੇ ਜਦੋਂ ਪਤਾ ਲੱਗ ਗਿਆ ਵੀ ਉੱਥੇ ਮੰਜਾ ਰੱਖਤਾ, ਫਿਰ ਆਪਣੀ ਗੱਡੀ ਮੋਟਰਸਾਈਕਲ ਤੇ ਜਾਣਾ, ਤੇ ਫਿਰ ਉੱਥੋਂ ਉਦੋਂ ਤੁਰਨਾ, ਪਤਾ ਲੱਗੇ ਵੀ ਜਾਂਦਿਆਂ ਨੂੰ ਬਾਬਾ ਲਾਣੀਆਂ ਪਾੜੀ ਦੇਵੇ। ਇਹ ਸੱਚ ਹੈ ਵੀ ਅਸੀਂ ਪਤਾ ਨਹੀਂ ਕਿਉਂ ਇੰਨੇ ਕੰਮ ਦਿਲੇ ਹੋਈ ਜਾਂਦੇ, ਕਿਉਂ ਪਛਾਣ ਹੋਈ ਜਾਂਦੇ, ਪਿਆਰ ਘਟ ਗਿਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਨੇ ਮੁਹੱਬਤ ਦੇ ਖਜ਼ਾਨੇ ਦੁਨੀਆ ਨੂੰ ਕੁਝ ਵੰਡਣ ਆਏ। ਤੇ ਕਿਤੇ ਨਾ ਕਿਤੇ ਜੇ ਮੈਂ ਗਲਤ ਨਾ ਹੋਵਾਂ, ਮੇਰਾ ਦਿਲ ਕਹਿੰਦਾ ਸੀ ਇੱਕ ਦਿਨ ਵੀ ਸੁਲਤਾਨਪੁਰ ਤੋਂ ਲਹਿੰਦੇ ਪਾਸੇ ਇੱਕ ਜਗ੍ਹਾ ਜਿਹਦਾ ਨਾਂ ਹੈ ਪੀਰ ਗੈਬ ਗਾਜ਼ੀ। ਕਿਤੇ ਨਾ ਕਿਤੇ ਜਿੱਥੋਂ ਤੱਕ ਮੈਨੂੰ ਲੱਗਦਾ, ਬਜ਼ੁਰਗ ਪੜ੍ਹੇ ਲਿਖਿਆ ਵੀ ਜਿੱਦਾਂ ਸ਼ਾਹ ਅੱਲਾ ਯਾਰ ਮੰਜੀਦਾਰ ਸੀ ਨਾ, ਉਹਨੂੰ ਆਪਾਂ ਪੀਰ ਦਾ ਦਰਜਾ ਦੇਤਾ, ਕਿਉਂਕਿ ਇਤਿਹਾਸ ਸਾਂਭ ਨਹੀਂ ਸਕੇ ਨਾ, ਉੱਥੇ ਕਬਰ ਬਣ ਗਈ ਹੈ। ਪਰ ਉਹਨੇ ਤੇ ਆਪਣੇ ਸਰੀਰ ਦੇ ਵਿੱਚੋਂ ਵੀ ਆਪਣਾ ਸਾਰਾ ਕੁਝ ਗੁਰੂ ਅਮਰਦਾਸ ਨੂੰ ਰੱਖ ਦਿੱਤਾ ਸੀ। ਕਿਤੇ ਨਾ ਕਿਤੇ ਘਾਟੇ ਪਏ ਆ, ਕਿਉਂਕਿ ਅੱਜ ਵੀ ਵੇਖੀਏ ਜਿਹੜਾ ਚੰਗਾ ਬੰਦਾ ਉਹਨੂੰ ਕੌਣ ਸਾਂਭਦਾ? 2-4 ਦਿਨ ਲੋਕੀ ਯਾਦ ਕਰਦੇ, ਮਗਰੋਂ ਮਿੱਟੀ ਪੈ ਜਾਂਦੀ। ਕੌਣ ਪੁੱਛਦਾ, ਕੌਣ ਕਦਰ ਕਰਦਾ ਵੀ ਕਿਸੇ ਨੇ ਕਿੰਨਾ ਕੁਝ ਦਿੱਤਾ ਤੇ ਇਹਦੀ ਵੈਲਿਊ ਕੀ ਹੈ? ਅੱਜ ਹੀ ਵੇਖ ਲਈਏ ਆਪਾਂ। ਉਸ ਵੇਲੇ ਵੀ ਇਦਾਂ ਹੀ ਹੋਵੇਗਾ। ਮੇਰਾ ਦਿਲ ਕਹਿੰਦਾ ਸੀ, ਇੱਕ ਦਿਨ ਮਹਾਂਪੁਰਖ ਬੈਠੇ ਸੀ ਕਿ ਉਹ ਜਗ੍ਹਾ ਭਾਈ ਫਰੰਦੇ ਦੀ ਹੋ ਸਕਦੀ ਹੈ। ਉਹ ਜਿਹਦਾ ਨਾਂ ਰੱਖਿਆ ਨਾ ਪੀਰ ਗੈਬ ਗਾਜ਼ੀ, ਔਰ ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਗਾਜ਼ੀ ਸ਼ਬਦ ਜਿਹੜਾ ਮੁਸਲਮਾਨਾਂ ਨਾਲ ਲੱਗਦਾ, ਗੰਧਰਵ ਸੀ ਉਹ। ਤੇ ਇਹ ਸੱਚ ਹੋਇਆ ਵੀ ਜਦੋਂ ਇੱਥੋਂ ਰਬਾਬ ਵੱਜੀ ਸੁਲਤਾਨਪੁਰ, ਤੇ ਮਹਾਰਾਜ ਕਹਿੰਦੇ ਵੀ ਭਾਈ ਫਰੰਦਾ ਰਹਿਣਾ ਨਹੀਂ। ਕਹਿੰਦੇ ਬਾਬਾ ਤੇਰੇ ਦਰਸ਼ਨ ਕਰਨ ਆਏ ਆ, ਆਪਣੇ ਲੋਕ ਨੂੰ ਮੁੜ ਜਾਣਾ ਹੈ, ਇੰਨਾ ਚਿਰ ਨਹੀਂ ਰਹਿਣਾ, ਬਸ ਅਸਾਂ ਨੂੰ ਵਿਦਾ ਕਰਦੇ। ਮਾਰੇ ਕਹਿੰਦੇ ਮਰਦਾਨਾ ਜਾ ਝੱਬ, ਅਸਾਂ ਦਾ ਸਾਥੀ ਹੈ, ਇਹਨੂੰ ਵਿਦਾ ਕਰ ਦੇ। ਮਰਦਾਨਾ ਤੁਰਿਆ ਜਾਂਦਾ ਵਿਦਿਆ ਕਰਨ, ਤੇ ਉੱਥੇ ਚਮਤਕਾਰ ਹੋਇਆ, ਅਜਮਤ ਵਰਤੀ ਵੀ ਤੁਰੇ ਜਾਂਦੇ ਦੋਵੇਂ ਗੱਲਾਂ ਕਰਦੇ। ਤੇ ਮਰਦਾਨਾ ਗੱਲ ਕਰਕੇ ਪਾਸਾ ਵੱਟ ਕੇ ਵੇਖਿਆ। ਜਦੋਂ ਫਿਰ ਆਪਾਂ ਤੁਰੇ ਜਾਂਦੇ ਵਿਹਣੇ ਪਾਸੇ, ਜਦੋਂ ਵੇਖਿਆ ਕਿ ਮੇਰਾ ਹੁੰਗਾਰਾ ਕਿਸੇ ਨੇ ਅੱਗੋਂ ਭਰਿਆ ਨਹੀਂ, ਆਪਣੇ ਨਾਲ ਵੇਖਿਆ ਵੀ ਹੁਣ ਸਾਹਿਬ ਸੋਂ ਪੋਥੀ ਪੜ੍ਹਦਾ, ਤੇ ਮੈਂ ਤੁਹਾਡੇ ਵੱਲ ਵੇਖ ਕੇ ਇੱਧਰ ਵੇਖਾਂ ਤੇ ਹੋਵੇ ਹੀ ਨਾ। ਆਖੋ ਸਤਨਾਮ। ਤੋ ਇਸ ਕਰਕੇ ਭਾਈ ਮਰਦਾਨਾ ਜੀ ਨੇ ਜਦੋਂ ਗੱਲਾਂ ਕਰਦਿਆਂ ਕਰਦਿਆਂ ਵੇਖਿਆ ਤੇ ਉੱਥੇ ਕੋਈ ਨਾ, ਸੁੰਨਸਾਨ ਸਾਰਾ ਕੁਝ। ਉਹ ਤਾਂ ਹੈਰਾਨ ਹੋ ਗਿਆ, ਭੱਜ ਕੇ ਆਇਆ। ਕਹਿੰਦੇ ਬਾਬਾ ਉਹ ਕੌਣ ਸੀ? ਪਹਿਲੋਂ ਤੇ 3 ਦਿਨ ਮੈਂ ਲੱਭਦਾ ਰਿਹਾ, ਉਹ 3 ਨਦੀਆਂ 'ਚ ਰਬਾਬ ਸਰ ਭਰੋ ਆਣਾ, ਮੈਨੂੰ ਉੱਥੇ ਨਹੀਂ ਲੱਭਾ, ਤੇ ਜੇ ਮੈਂ ਆਉਣ ਲੱਗਾ ਤੇ ਮੇਰੇ ਅੱਗੇ ਆਪੇ ਹੀ ਆ ਗਿਆ। ਤੇ ਅੱਜ ਮੈਂ ਵਿਦਾ ਕਰਨ ਗਿਆ ਤੇ ਗੱਲਾਂ ਕਰਦਿਆਂ ਕਰਦਿਆਂ ਗਵਾਚ ਗਿਆ। ਗੁਰੂ ਨਾਨਕ ਹੱਸ ਪਏ। ਮਹਾਰਾਜ ਕਹਿੰਦੇ ਮਰਦਾਨਿਆਂ ਰਹਿਣ ਦੇ। ਕਹਿੰਦੇ ਬਾਬਾ ਰਹਿਣ ਨਹੀਂ ਦੇ, ਅਧੂਰੀ ਗੱਲ ਨਹੀਂ ਰੱਖਣੀ, ਮੈਨੂੰ ਸੱਚ ਦੱਸ ਕੌਣ ਸੀ, ਕਿੱਥੋਂ ਆਇਆ ਤੇ ਕਿੱਧਰ ਗਿਆ? ਮਹਾਰਾਜ ਕਹਿੰਦੇ ਪਿਛਲੇ ਅਵਤਾਰ ਦੇ ਸਮੇਂ ਦਾ ਸੱਜਣ ਸੀ। ਕਿਤੇ ਦੁਆਪਰ ਦੇ ਵਿੱਚ ਵੀ ਇਹ ਕਥਾ ਲਿਖੀ ਹੋਈ ਹੈ ਕਿ ਦੁਆਪਰ ਦੇ ਵਿੱਚ ਵੀ ਅਸੀਂ ਜਦੋਂ ਅਵਤਾਰੀ ਹੋਏ ਸੀ, ਉਦੋਂ ਵੀ ਇਹ ਰਬਾਬ ਵਜਾਉਂਦਾ ਹੁੰਦਾ ਸੀ। ਇਹਦੇ ਪਿਆਰ ਦੀ ਗੰਢ ਸਾਡੇ ਨਾਲ ਜੁੜੀ ਸੀ, ਇਸ ਕਰਕੇ ਉਹਨੂੰ ਅਸੀਂ ਆਪ ਹੀ ਬੁਲਾਇਆ ਸੀ। ਉਹ ਆਪਣਾ ਪੈਗਾਮ, ਆਪਣਾ ਪਿਆਰ ਭੇਟਾ ਦੇ ਕੇ ਆਪਣੇ ਲੋਕ ਨੂੰ ਚਲੇ ਗਿਆ। ਉਹ ਗਾਇਬ ਹੋ ਗਿਆ ਸੀ ਨਾ, ਸ਼ਬਦ ਬਣ ਗਿਆ ਜੀ, ਗਾਇਬ ਹੋ ਗਿਆ। ਉਹ ਅੱਜ ਵੀ ਇਹ ਮਨ ਲੱਗਦਾ ਵੀ ਉਹ ਜਿਹੜਾ ਸਥਾਨ ਬਣਿਆ ਕਿਤੇ ਨਾ ਕਿਤੇ ਉਸ ਮਹਾਂਪੁਰਖ ਦਾ ਹੀ ਨਾ ਹੋਵੇ, ਕਿਉਂਕਿ ਉੱਥੇ ਉਹ ਗਾਇਬ ਹੋਇਆ ਸੀ ਤੇ ਉਹਦਾ ਨਾਮ ਹੀ ਗਾਇਬ
ਕਾਜੀ ਹੈ। ਪਰ ਕੁਝ ਹਾਲਾਤ ਦੇ ਸਰੋਤ ਸਾਡੇ ਕੋਲੋਂ ਸਾਂਭੇ ਨਹੀਂ ਗਏ। ਫਿਰ ਵੀ ਚਲੋ ਮੁਬਾਰਕ ਹੈ ਕਿ ਕੋਈ ਕਿਸੇ ਤਰ੍ਹਾਂ ਪਿਆਰ ਕਰਦਾ, ਕੋਈ ਕਿਸੇ ਤਰ੍ਹਾਂ ਆਪੋ ਆਪਣੀ ਭਾਵਨਾ ਹੈ। ਮੈਂ ਗੱਲ ਇੱਥੇ ਲਿਆ ਕੇ ਕਰਦਾ ਵੀ ਜਿੰਨੇ ਤੁਸੀਂ ਰੋਜ਼ ਕਥਾ ਸੁਣੋਗੇ ਤੁਹਾਡਾ ਵੀ ਪੁਰਾਣਾ ਹੀ ਰਿਸ਼ਤਾ ਹੈ। ਕਿਉਂਕਿ ਕਈ ਤੇ ਕੰਧ ਨਾ ਗੁਰੂ ਘਰ ਹੋਵੇ ਤੇ ਮੱਥਾ ਟੇਕਣ ਨਹੀਂ ਆ ਸਕਦੇ। ਇਹ ਗੁਰੂ ਸਾਹਿਬ ਦਾ ਬੁਲਾਵਾ ਤੇ ਹਰਦਾਸ ਜੀ ਨੇ ਫਿਰ ਆਉਣਾ ਕੀਤਾ। ਲੋਕ ਹੈ ਸੁਬੇਦਨ ਸੁਣੀਏ ਕਰ ਬਿਲੋਕ ਰੁਜ ਕੋ ਗੁਨੀਏ। ਹੁਣ ਸਾਰੇ ਜਾਣੇ ਗੁਰੂ ਨਾਨਕ ਅੱਗੇ ਹੱਥ ਜੋੜ ਕੇ ਖਲੇ ਐ। ਹਰਦਾਸ ਜੀ ਨੇ ਵੀ ਆ ਕੇ ਹੱਥ ਜੋੜੇ ਐ। ਪਰ ਕਲਿਆਣ ਦਾਸ ਜੀ, ਮਹਿਤਾ ਕਲਿਆਣ ਦਾਸ ਜੀ ਨੇ ਹੱਥ ਜੋੜੇ ਵੈਦ ਅੱਗੇ। ਵੈਦ ਕਹਿੰਦਾ ਜੀ ਪਟਵਾਰੀ ਸਾਹਿਬ ਤੁਸੀਂ ਸੋਹਣੇ ਨਹੀਂ ਲੱਗਦੇ ਹੱਥ ਜੋੜਦੇ, ਤੁਸੀਂ ਵੱਡੇ ਅਹੁਦੇ ਤੇ ਐ, ਮੌਕੇ ਦੇ ਪਟਵਾਰੀ ਐ, ਤੁਸੀਂ ਹੱਥ ਨਾ ਜੋੜੋ। ਕਹਿੰਦੇ ਵੈਦ ਜੀ ਮੈਂ ਬੜਾ ਦੁਖੀ ਹਾਂ, ਇਸ ਬੱਚੇ ਨੇ ਮੈਨੂੰ ਪਰੇਸ਼ਾਨ ਕਰ ਛੱਡਿਆ, ਕੋਈ ਕੰਮ ਨਹੀਂ ਕਰਦਾ। ਹੁਣ ਰਹਿੰਦਾ ਖੁੰਦਾ ਬੋਲਣੋਂ ਵੀ ਹਟ ਗਿਆ, ਕੰਮ ਤੇ ਕੀ ਕਰਨੇ, ਮੰਜੀ ਤੇ ਬਹਿ ਗਿਆ। ਗੁਰੂ ਨਾਨਕ ਸਾਹਿਬ ਮੁਸਕਰਾਉਂਦੇ ਆ, ਜਿਹੜੇ ਪਿਆਰ ਵਾਲੇ ਉਹਨਾਂ ਨੂੰ ਪਤਾ ਸੀ। ਕਹਿੰਦਾ ਮੈਂ ਹੱਥ ਜੋੜਦਾ, ਮਿਹਨਤ ਵਾਲੀ ਗੱਲ ਹੈ ਵੈਦ ਜੀ, ਇਹਦਾ ਕੁਝ ਨਾ ਕੁਝ ਕਰਦੇ ਜਦੋਂ ਬੰਦਾ ਦੁਖੀ ਹੋਇਆ ਹੋਵੇ। ਤੇ ਉਸ ਵੇਲੇ ਹਰਦਾਸ ਜੀ ਨੂੰ ਹੱਥ ਜੋੜ ਕਰਕੇ ਮਹਿਤਾ ਕਲਿਆਣ ਦਾਸ ਜੀ ਬੇਨਤੀ ਕਰਦੇ ਹਨ। ਇਸ ਦਿਨ ਪਰਿਉ ਰਹਿ ਸਿਆਲਸ, ਖਾਨ ਪਾਨ ਕੀ ਕਰੇ ਨ ਲਾਲਸ। ਹਰਦਾਸ ਜੀ ਕਹਿੰਦੇ ਮਹਿਤਾ ਜੀ ਬਿਮਾਰੀ ਕੀ ਹੈ, ਰੋਗ ਕੀ ਹੈ? ਕਹਿੰਦੇ ਭਰਾਵਾ ਮੈਨੂੰ ਨਹੀਂ ਪਤਾ, ਆ ਮਾਂ ਬੈਠੀ ਇਹਦੀ, ਇਹਨੂੰ ਪੁੱਛ ਲਾ ਜੋ ਮੁਤਾਬਕ ਸੀ ਸਮੇਂ ਦੇ। ਕਹਿੰਦੇ ਵੀ ਸਾਰਾ ਦਿਨ ਸੁੱਤਾ ਰਹਿੰਦਾ ਲੋਈ ਲੈ ਕੇ, ਨਾ ਕਿਸੇ ਨਾਲ ਬੋਲਦਾ ਏ ਤੇ ਨਾ ਕੁਝ ਛਕਦਾ ਹੈ। ਮੈਨੂੰ ਵੱਧ ਨਾ ਪੁੱਛ, ਮੈਂ ਤਾਂ ਦੁਖੀ ਹੋ ਗਿਆ ਵੀ ਮੰਜੀ ਨਹੀਂ ਛੱਡਦਾ। ਤੇ ਅੱਜ ਵੀ ਸੱਚ ਹੈ ਸਾਧ ਸੰਗਤ, ਜਦੋਂ ਇੱਥੇ ਇੱਕ ਜਵਾਨੀ ਦਾ ਭਵਿੱਖ ਨਾ ਬੱਚਾ ਪੜ੍ਹ ਲੈਂਦਾ, ਫਿਰ ਉਹਨੂੰ ਕੋਈ ਦੀਦਾ ਨਹੀਂ ਅੱਗੇ ਨਾ ਝਿੜਕਣਾ ਮਾਰਿਓ ਕਦੇ ਬੱਚੇ ਨੂੰ। ਕਈ ਵਾਰੀ ਆਪਾਂ ਦੁਨਿਆਵੀ ਲੋਕਾਂ ਵੱਲ ਵੇਖ ਕੇ ਉਹਨਾਂ ਦਾ ਸੈੱਟ ਹੋ ਗਿਆ, ਉਹ ਇੱਦਾਂ ਬੱਚੇ ਕਈਆਂ ਨੇ ਇੱਦਾਂ ਘਰ ਬਰਬਾਦ ਕੀਤੇ। ਜੇ ਤੁਸੀਂ ਕਥਾ ਸੁਣਨੇ ਮਾਫ ਕਰਿਓ, ਕਦੇ ਜਵਾਨੀ 'ਚ ਬੱਚੇ ਨੂੰ ਦਬਕਾ ਨਾ ਮਾਰਿਓ, ਤਰਸੋਗੇ। ਕਈਆਂ ਦੇ ਨਾਲ ਹੋਇਆ ਵੀ ਇੱਦਾਂ, ਕਿਉਂਕਿ ਉਹ ਵੀ ਫਿਕਰ ਕਰਦੇ ਆਪਣੇ ਭਵਿੱਖ ਦਾ। ਜਦੋਂ ਬੱਚੇ ਨੂੰ ਕੋਈ ਰਸਤਾ ਨਾ ਦਿਸੇ ਤੇ ਆਪਾਂ ਦਬਾਅ ਪਾਈ ਜਾਈਏ, ਕਈ ਵਾਰੀ ਉਮਰ ਇੱਦਾਂ ਦੀ ਹੁੰਦੀ ਫਿਰ ਝੱਲ ਨਹੀਂ ਹੁੰਦਾ। ਤਾਂ ਕਰਕੇ ਮੇਰੇ ਗੁਰੂ ਨਾਨਕ ਸਾਹਿਬ ਨੂੰ ਅੱਜ ਝਿੜਕਾਂ ਪਈਆਂ। ਕਹਿੰਦੇ ਵੇਖ ਲਓ ਚੈੱਕ ਕਰਕੇ, ਸਾਰਾ ਦਿਨ ਸਾਰੀ ਰਾਤ ਬਸ ਚੁੱਪ ਕਰਕੇ ਲੋਈ ਲੈ ਕੇ ਬੈਠਾ ਰਹਿੰਦਾ, ਨਾ ਕੁਝ ਖਾਂਦਾ ਨਾ ਪੀਂਦਾ ਹੈ। ਰੀਤ ਬਦਲ ਤਨ ਕੀਨ ਕੁਟਾਰਾ, ਵੇਦਨ ਪਾਏ ਕਰੋ ਉਪਚਾਰਾ। ਔਰ ਇਸ ਕਰਕੇ ਕਹਿੰਦੇ ਆ ਮਾਂ ਬੈਠੀ ਪੁੱਛ ਲਓ, ਤੇ ਮਾਂ ਮਮਤਾ ਦੀ ਮੂਰਤ ਹੁੰਦੀ ਹੈ। ਹਰਦਾਸ ਜੀ ਕਹਿੰਦੇ ਹਾਂ ਮਾਂ ਤ੍ਰਿਪਤਾ ਕੀ ਗੱਲ ਹੈ? ਤੇ ਮਾਂ ਦੇ ਬੋਲਾਂ 'ਚ ਤੇ ਬਾਪੂ ਦੇ ਕਿੰਨਾ ਫਰਕ ਹੁੰਦਾ। ਮਾਵਾਂ ਨਹੀਂ ਲੱਭਦੀਆਂ, ਅੱਖਾਂ ਬਾਅਦ 'ਚ ਖੋਲ੍ਹਦੀਆਂ ਜਦੋਂ ਤੁਰ ਜਾਂਦੀਆਂ। ਕਿੰਨੇ ਬੱਚਿਆਂ ਦੀਆਂ ਗਲਤੀਆਂ ਹੁਣ ਮਾਂ ਪੜਦੇ ਪਾਉਂਦੀ ਆ, ਕਦੇ ਵੀ ਪੜਦਾ ਨਾ ਖੋਲੂਗੀ, ਬਾਪੂ ਤਾਂ ਫਿਰ ਛਿੱਤਰੀ ਫੇਰਦਾ। ਕਹਿਣ ਲੱਗੇ ਮਾਂ ਤ੍ਰਿਪਤਾ ਜੀ ਕਹਿਣ ਲੱਗੇ ਵੈਦ ਜੀ ਮੇਰਾ ਪੁੱਤ ਕੁਛ ਨਹੀਂ ਖਾਂਦਾ, ਸਰੀਰ ਸੁੱਕ ਕੇ ਕਾਨੇ ਵਰਗਾ ਹੋ ਗਿਆ ਤੇ ਮੇਰਾ ਅੰਦਰ ਬੜਾ ਹੀ ਦਰਦ ਆ। ਨਾਲ ਹੀ ਮਾਂ ਦੀ ਅੱਖਾਂ 'ਚ ਹੰਝੂ ਆ ਗਏ। ਸੁਨ ਕਰ ਬਚਨ ਬੈਦ ਬਲਵੰਤਾ, ਬੈਠਿਓ ਨਿਕਟ ਤਬਹਿ ਜਗ ਕੰਤਾ। ਉਸ ਵੇਲੇ ਹਰਦਾਸ ਜੀ ਗੁਰੂ ਨਾਨਕ ਸਾਹਿਬ ਦੀ ਮੰਜੀ ਤੇ ਬੈਠੇ। ਮੈਂ ਇਹ ਚੀਜ਼ ਸੋਚਦਾ ਵੀ ਕਿੰਨੀ ਭਗਤੀ ਹੋਊ ਹਰਦਾਸ ਦੀ, ਕਿਉਂਕਿ ਰੱਬ ਸਾਖਸ਼ਾਤ ਨਾਨਕ ਬਣ ਕੇ ਆਇਆ ਤੇ ਰੱਬ ਦੀ ਮੰਜੀ ਤੇ ਭਾਵੇਂ ਉਹ ਵੈਦ ਬਣ ਕੇ ਆਇਆ, ਪਰ ਬਾਬੇ ਦੇ ਕੋਲੇ ਬਹਿਣਾ ਵੀ, ਕਿਉਂਕਿ ਗੁਰਬਾਣੀ ਕਹਿੰਦੀ ਗੁਰੂ ਨਾਨਕ ਜਿਨ ਸੁਣਿਆ ਦੇਖਿਆ, ਸੁਣਿਆ ਤੇ ਪੇਖਿਆ। ਹੁਣ ਦੋਵੇਂ ਕੰਮ ਹਰਦਾਸ ਨੇ, ਕਿ ਸੁਣਿਆ ਵੀ ਬੋਲ ਮਹਾਰਾਜ ਦੇ ਤੇ ਪੇਖਿਆ ਕਿ ਮਹਾਰਾਜ ਦਾ ਹੱਥ ਫੜਨ ਦਾ ਮੌਕਾ ਮਿਲਣਾ। ਤੇ ਗੁਰੂ ਨਾਨਕ ਸਾਹਿਬ ਤਾਂ ਨਦਰ ਹੀ ਪਾ ਦਿੰਦੇ ਤੇ ਨਿਹਾਲ ਕਰ ਦਿੰਦੇ, ਜਿਨ ਕੋ ਨਦਰ ਕਰਮ ਤਿਨਕਾਰ। ਇਸ ਕਰਕੇ ਕਹਿੰਦੇ ਪੰਡਤ ਵਾਹਿਗੁਰੂ ਵੈਦ ਹਰਦਾਸ ਜੀ ਨੇ ਮਹਾਰਾਜ ਦੀ ਮੰਜੀ ਤੇ ਬੈਠਣਾ ਕੀਤਾ। ਆਨਨ ਪਰਤੇ ਬਸਨ ਉਗਾਰਾ, ਹੀਰਤ ਤਮਨੀ ਕਰ ਕਰ ਧਾਰਾ। ਕਹਿੰਦੇ ਫਿਰ ਹੌਲੀ ਜੀ ਚਾਦਰ ਪਾਸੇ ਕੀਤੀ ਤੇ ਮੇਰੇ ਨਾਨਕ ਦਾ ਪਿਆਰਾ ਜਿਹਾ ਹੱਥ ਬਾਹਰ ਕੱਢਿਆ, ਦਰਸ਼ਨ ਕਰਿਓ। ਤੇ ਮਹਾਰਾਜ ਦੇ ਗੁੱਟ ਪਕੜ ਕੇ ਤੇ ਗੁਰੂ ਸਾਹਿਬ ਦੀ ਨਬਜ ਲੱਭੀ।
ਉਸ ਨਬਜ ਨੂੰ ਪਕੜਨਾ ਕੀਤਾ। ਵੈਦ ਬਦਨ ਦੁਖ ਕਦਨ ਸੁ ਦੇਖਾ, ਜਿਸ ਕੋ ਮਨ ਅਨੁਕੰਪ ਵਿਸੇਖਾ। ਕਹਿਣ ਲੱਗੇ ਕਿ ਅੰਦਰ ਹਰ ਇੱਕ ਵੈਦ ਦੀ ਜੋ ਸਿੱਖਿਆ ਹੈ, ਜੋ ਗਿਆਨ ਹੈ, ਉਸ ਮੁਤਾਬਕ ਉਹਨੇ ਨਬਜ ਪਕੜ ਕੇ ਕੁਝ ਸਮਾਂ ਵਾਸਤੇ ਗੁਰੂ ਨਾਨਕ ਦਾ ਹੱਥ ਜਿਹੜਾ ਉਹਨੂੰ ਫੜਨਾ ਕੀਤਾ। ਕਰਤੇ ਕਰਕ ਲਿਓ ਨਿਜ ਕਰ ਕੋਟ, ਬੈਠੇ ਦੇਵਨ ਮਤ ਬਰਕੋ। ਹੁਣ ਕਹਿੰਦੇ ਜਿਹੜਾ ਗੁਰੂ ਨਾਨਕ ਉੱਠਦਾ ਨਹੀਂ, ਬੋਲਦਾ, ਖਾਂਦਾ ਨਹੀਂ, ਜਦੋਂ ਵੈਦ ਨੇ ਗੁੱਟ ਫੜਿਆ ਤੇ ਮੇਰੇ ਬਾਬੇ ਨੇ ਝਟਕਾ ਮਾਰ ਕੇ ਆਪਣਾ ਗੁੱਟ ਖੋਲਿਆ, ਉੱਠ ਕੇ ਬੈਠ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਰੱਬ ਜੀ ਹੈ ਜਿਹੜਾ ਦੁਨੀਆ ਦੀ ਨਬਜ ਚਲਾਉਣ ਵਾਲਾ, ਉਹਦੀ ਨਬਜ ਕਿਹੜਾ ਵੇਖੂ ਵੀ। ਕਹਿੰਦੇ ਤਕਦੀਰ ਚੰਗੀ ਤਕਦੀਰ ਮਾੜੀ, ਧੌਣ ਇਸ ਤਕਦੀਰ ਅੱਗੇ ਝੁਕ ਜਾਂਦੀ। ਸਿਆਣੇ ਕਹਿੰਦੇ ਨਾ ਮਿੱਟੀ ਦੇਵਤਿਆਂ ਤੋਂ ਵੱਡਿਆਂ ਵੱਡਿਆਂ ਦੇ ਮੂਹਰੇ, ਜਿਹਦੇ ਉੱਤੇ ਤਕਦੀਰ ਕਰੋਪ ਹੋ ਜੇ, ਨਬਜ ਵੈਦਾਂ ਦੀ ਫੜੀ ਵੀ। ਹੁਣ ਜਿਹੜਾ ਦੁਨੀਆ ਦੀਆਂ ਨਬਜਾਂ ਚਲਾਉਣ ਵਾਲਾ ਏ, ਅੱਜ ਇੱਕ ਦੁਨਿਆਵੀ ਵੈਦ ਨੇ ਉਸ ਰੱਬ ਦੀ ਨਬਜ ਫੜੀ ਹੈ। ਤੇ ਨਬਜ ਦੀ ਖੇਡ ਹੈ ਸਵਾਸਾਂ ਦੇ ਨਾਲ, ਕਿ ਜਦੋਂ ਸਵਾਸਾਂ ਦੇ ਵਿੱਚ ਤੇਜ਼ੀ ਆਉਂਦੀ ਤੇ ਨਬਜ ਤੇਜ਼ ਹੋ ਜਾਂਦੀ। ਜਿਹਨੂੰ ਕਹਿੰਦੇ ਬੀਪੀ ਹਾਈ ਹੋ ਗਿਆ, ਲੋ ਹੋ ਗਿਆ, ਸ਼ੂਗਰ ਵੱਧ ਗਈ, ਘਟ ਗਈ। ਸੋ ਰਹੋ ਵਿਚਾਰ। ਮੇਰੇ ਬਾਬੇ ਦਾ ਗੁੱਟ ਪਕੜ ਕੇ ਵੈਦ ਬਿਮਾਰੀ ਲੱਭਦਾ, ਮਹਾਰਾਜ ਨੇ ਆਪਣਾ ਗੁੱਟ ਵੈਦ ਕੋਲੋਂ ਖੋਹਣਾ ਕੀਤਾ। ਬੋਲੇ ਉਤਪਲ ਦਲ ਲੋਚਨ, ਸੁਖਦ ਅਚਲ ਪਗ ਬੰਦ ਵਿਮੋਚਨ। ਕਹਿੰਦੇ ਕਿੰਨੇ ਦਿਨਾਂ ਤੋਂ ਜਿਹੜੇ ਨੇਤਰ ਬੰਦ ਸੀ, ਆਖੋ ਵਾਹਿਗੁਰੂ, ਕਿੰਨੇ ਦਿਨਾਂ ਤੋਂ ਜਿਹੜੇ ਮਹਾਰਾਜ ਦੇ ਬੁੱਲ ਬੰਦ ਸੀ, ਕਿੰਨੇ ਦਿਨਾਂ ਤੋਂ ਜਿਹੜਾ ਮੁਖ ਚੁੱਪ ਸੀ, ਅੱਜ ਸਾਰਾ ਵਿਹੜਾ ਬੈਠਾ ਏ ਕਿ ਪਟਵਾਰੀ ਦੇ ਪੁੱਤਰ ਨੂੰ ਵੈਦ ਵੇਖਣ ਆਇਆ। ਮੈਂ ਕੱਲ ਵੀ ਅਰਜ਼ ਕੀਤੀ ਸੀ ਵੀ ਪਹਿਲਿਆਂ 'ਚ ਪਿਆਰ ਬੜਾ ਹੁੰਦਾ ਸੀ, ਦੁੱਖ ਕਿਸੇ ਦਾ ਹੁੰਦਾ ਸੀ, ਸਾਰੇ ਆਪਣਾ ਸਮਝਦੇ ਸੀ। ਹੁਣ ਤੇ ਇੱਕੋ ਹੀ ਕੰਮ ਰਹਿ ਗਿਆ ਵੀ ਗੱਲ ਕਿਹੜੇ ਵੇਲੇ ਕਿਸੇ ਦੇ ਘਰ ਹੋਵੇ ਤੇ ਆਪਾਂ ਜਲੂਸ ਕੱਢੀਏ। ਪਤਾ ਨਹੀਂ ਫਿਦਰਤੀ ਕਿੱਦਾਂ ਦੀ ਕਹੀ ਜਾਂਦੇ ਸਾਰੇ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਨਾਨਕ ਨਾਮ ਤੇਰੇ ਭਾਣੇ। ਕਹਿੰਦੇ ਜ਼ਰੂਰ ਹੈ ਗੁਰਦੁਆਰੇ ਤੇਰੇ ਭਾਣੇ, ਭਲਾ ਭਲਾ ਭੁਲਾ ਕੋਈ ਨਹੀਂ, ਮੈਂ ਤੇ ਆਪ ਨਹੀਂ ਕਦੇ ਮੰਗਿਆ, ਸੱਚੀ ਗੱਲ ਹੈ। ਬਸ ਸਿੱਧੀ ਪੰਜਾਬੀ ਦੀ ਗੱਲ ਹੈ ਵੀ ਇਹੋ ਹੀ ਸੋਚੀਦਾ ਵੀ ਆ ਜਿਹੜਾ ਲਾਗੇ ਦਾ ਬੇੜਾ ਗਰਕ ਕਿੱਦਾਂ ਹੋਣਾ, ਬਸ ਇਹਨੂੰ ਸੁੱਟਣਾ ਕਿੱਦਾਂ, ਤੇ ਕੀ ਆਪਣਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕਹਿਣਾ ਹੋਰ ਗੱਲ ਹੈ, ਕਰਨਾ ਹੋਰ ਗੱਲ ਹੈ। ਕਹਿੰਦੇ ਕਹਿਣਾ ਤੇ ਰੋਜ਼ ਅਰਦਾਸ 'ਚ, ਪਰ ਉਦਣ ਪਤਾ ਲੱਗਣਾ ਜਿੱਦਣ ਭਲਾ ਕਰਤਾ, ਉਦਣ ਤੂੰ ਗੁਰੂ ਨਾਨਕ ਦੀ ਕਿਤਾਬ ਦੇ ਵਿੱਚ ਤੇਰੀ ਹਾਜ਼ਰੀ ਲੱਗ ਜਾਣੀ, ਜਿੱਦਣ ਤੂੰ ਭਲਾ ਕਰਤਾ। ਤੇ ਬਾਬੇ ਫਰੀਦ ਨੇ ਇੱਥੋਂ ਤੱਕ ਕਹਿਤਾ ਬੁਰੇ ਦਾ, ਜਿਹੜਾ ਬੁਰਾ ਵੀ ਹੈ ਨਾ ਬੰਦਾ, ਗਲਤ ਵੀ, ਉਹਦਾ ਵੀ ਭਲਾ ਕਰ ਤੂੰ। ਤੇ ਆਪਾਂ ਤਾਂ ਭਲੇ ਦਾ ਭਲਾ ਨਹੀਂ ਕਰ ਸਕਦੇ। ਇਸ ਕਰਕੇ ਗੁਰੂ ਨਾਨਕ ਦੀ ਡਾਇਰੀ ਦੇ ਵਿੱਚ ਅਜੇ ਆਪਣਾ ਨਾਂ ਨਹੀਂ ਲਿਖਿਆ, ਤੇ ਛੇਤੀ ਛੇਤੀ ਲਿਖਾ ਲਓ, ਕਿਉਂਕਿ ਲੇਖਾ ਮੁੱਕਣ ਵਾਲਾ ਹੀ ਹੈ ਤੇ ਸਾਹ ਰੁਕਣ ਵਾਲਾ ਹੀ ਹੈ। ਇਸ ਕਰਕੇ ਪਹਿਲਾਂ ਮਹਾਰਾਜ ਦੀ ਡਾਇਰੀ 'ਚ ਨਾਂ ਨੋਟ ਹੋਵੇ, ਤੇ ਫਿਰ ਜਿਨ੍ਹਾਂ ਦੇ ਨਾਂ ਲਿਖੇ ਉਹਨਾਂ ਨੂੰ ਆਵਾਜ਼ ਇਹ ਜਾਂਦੀ ਹੈ। ਤੇ ਬਾਕੀ ਕਹਿੰਦੇ ਸਾਡਾ ਨੰਬਰ, ਕਹਿੰਦੇ ਤੁਹਾਡਾ ਨਾਂ ਹੀ ਨਹੀਂ ਲਿਖਾਇਆ ਕਿਸੇ, ਤੁਹਾਨੂੰ ਕਿੱਥੋਂ ਆਵਾਜ਼ ਵੱਜਣੀ ਹੈ। ਹੱਥ ਕੇ ਸਾਥ ਸੁਹਾਤਾ, ਕਿਆ ਤੁਮ ਜੀਓ ਕਹੋ ਨਿਜ ਗਾਤਾ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਹਵੈਦ ਜੀ ਮੇਰਾ ਹੱਥ ਛੱਡ ਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੈਦ ਕਹਿੰਦਾ ਮੈਂ ਬਿਮਾਰੀ ਵੇਖਣ ਆਇਆ, ਤੇ ਮਹਾਰਾਜ ਅੱਗੋਂ ਕਹਿੰਦੇ ਤੂੰ ਤੇ ਆਪ ਬਿਮਾਰ ਆ। ਵੇਖੋ ਗੁਰੂ ਨਾਨਕ ਦੀ ਰਮਜ, ਕਿੰਨੇ ਦਿਨ ਹੋ ਗਏ, 2-3 ਮਹੀਨੇ ਬੋਲੇ ਨਹੀਂ, ਨਾ ਕੁਝ ਖਾਂਦੇ ਹੀ ਹੈ। ਤੇ ਪਟਵਾਰੀ ਸਾਹਿਬ ਕਹਿਣ ਲੱਗੇ ਵੇਖ ਤ੍ਰਿਪਤਾ, ਮੈਂ ਤੈਨੂੰ ਕਿਹਾ ਇਹਨੂੰ ਕੁਛ ਨਹੀਂ ਹੋਇਆ, ਵੇਖ ਹੁਣ ਕਿੱਦਾਂ ਬੋਲਦਾ, ਕੱਲ ਤਾਰਨ ਗੁਰ ਨਾਨਕ। ਮਹਾਰਾਜ ਕਿੰਨੇ ਦਿਨਾਂ ਬਾਅਦ ਅਜ ਬੋਲੇ, ਚੱਲ ਇੰਨਾ ਹੀ ਮਾਂ ਨੂੰ ਸੁੱਖ ਹੋਇਆ, ਬੋਲਿਆ ਤੇ ਹੈ। ਇੰਨੀ ਖੁਸ਼ੀ ਆ ਜਾਂਦੀ ਜੀ, ਮਾਂ ਪਿਓ ਨੂੰ ਇੱਕ ਪਿਆਰ ਹੈ। ਅੱਜ ਵਕਤ ਨੇ ਬਹੁਤ ਘਾਟੇ ਪਾਤੇ ਕਿ ਅੱਜ ਕੱਲ੍ਹ ਦਾ ਸਮਾਂ ਇੱਦਾਂ ਦਾ ਵੀ ਮਾਂ ਪਿਓ ਪਾਲਦਾ ਪੜ੍ਹਾਉਂਦਾ ਹੀ ਰਹਿ ਜਾਂਦਾ, ਮੁੜ ਕੇ ਕੋਈ ਹੋਰ ਲੈ ਜਾਂਦਾ। ਤੇ ਮੁੜ ਕੇ ਤੇ ਕਿਸਮਤ ਨਹੀਂ ਹੈ, ਜੇ ਤੇ ਚੰਗਾ ਕੋਈ ਗਾਂ ਜੀਵਨ ਸਾਥੀ ਬੱਚੇ ਤੁਹਾਡੇ ਨੂੰ ਮਿਲ ਗਿਆ ਤੇ ਤੁਹਾਨੂੰ ਮੰਮੀ ਪਾਪਾ ਦਾ ਪਿਆਰ ਮਿਲ ਜੂ, ਨਹੀਂ ਤੇ ਫਿਰ ਆਸ਼ਰਮ 'ਚ ਹੀ ਜਾਣਾ ਪੈਣਾ ਜਿਹੜਾ ਵਕਤ ਚੱਲਣ ਦਿਆ। ਤੇ ਇਸ ਕਰਕੇ ਬੜੀ ਵੱਡੀ ਤਰਾਸਦੀ ਹੈ ਮੇਰੀ ਕੌਮ ਦੀ ਕਿ ਆਪਾਂ ਵੇਖੋ ਜਿੱਦਾਂ ਜ਼ਿਮੀਂਦਾਰ ਫਸਲ ਕਿੱਦਾਂ ਪਾਲਦਾ ਵੱਟਾਂ ਤੇ ਜਾ ਕੇ, ਅੱਧੀ ਰਾਤ ਸੱਪਾਂ ਦੇ ਮੂੰਹ 'ਚੋਂ
ਕਈਆਂ ਲੈ ਕੇ ਕਿੰਨਾ ਖਪਦਾ ਏ, ਪਰ ਹਾਲਾਤ ਇਦਾਂ ਦੇ ਵੀ ਜਦੋਂ ਉਹ ਸੋਨਾ ਟਰਾਲੀ 'ਚ ਪੈਂਦਾ ਉਦੋਂ ਦੂਜਿਆਂ ਨੂੰ ਦੇ ਆਉਂਦਾ ਪੈਸੇ ਖਰਚ। ਤੇ ਅੱਜ ਵੀ ਆਪਾਂ ਅਸਲੀ ਸੋਨਾ ਆਪਣਾ ਧੀਆਂ ਪੁੱਤ ਜਿਹੜੇ ਕਿਸੇ ਨਾ ਕਿਸੇ ਕਾਰਨ ਅੱਜ ਆਪਾਂ ਆਪਣੇ ਤੋਂ ਦੂਰ ਕਰਦੇ। ਉਦਣ ਹੀ ਦੂਰ ਹੋ ਗਏ ਸੀ ਜਿੱਦਣ ਬੱਸ 'ਚ ਬਹਿ ਗਏ ਸੀ ਨਾ ਰੋਂਦੇ ਰੋਂਦੇ ਪਹਿਲੇ ਦਿਨ, ਉਦੋਂ ਤੋਂ ਦੂਰ ਹੋਣ ਦੀ ਵੱਧਦੀ ਤਰੀਕ ਵੱਧ ਗਈ। ਫਿਰ ਇਦਾਂ ਦਾ ਸਮਾਂ ਆਇਆ, ਕਿਸੇ ਨੇ ਸੱਚ ਕਿਹਾ, ਕਹਿੰਦੇ ਉਹ ਸਮਾਂ ਸੀ ਜਦੋਂ ਮੈਂ ਵਿਹੜੇ 'ਚ ਝਾੜੂ ਫੇਰਦੀ ਸੀ। ਮਾਂ ਕਹਿੰਦੀ ਹਵਾਈ ਜਹਾਜ਼ ਆਉਂਦਾ ਸੀ ਤੇ ਮੇਰੀ ਧੀ ਮੇਰਾ ਪੁੱਤ ਮੇਰੀਆਂ ਲੱਤਾਂ ਨੂੰ ਚਿੰਬੜ ਜਾਂਦਾ ਸੀ ਤੇ ਮੈਂ ਕਹਿੰਦੀ ਸੀ ਕੁਛ ਨਹੀਂ ਇਹ ਤਾਂ ਉੱਪਰ ਉੱਡਦਾ ਏ। ਕਹਿੰਦੇ ਅੱਜ ਕਿੱਦਾਂ ਦਾ ਸਮਾਂ ਆ ਗਿਆ, ਜਿਸ ਜਹਾਜ਼ ਤੋਂ ਡਰ ਕੇ ਮੈਨੂੰ ਚਿੰਬੜਦਾ ਸੀ ਅੱਜ ਉਸੇ 'ਚ ਬਹਿ ਕੇ ਬੜੀ ਦੂਰ ਚਲਾ ਗਿਆ। ਪਤਾ ਹੀ ਨਹੀਂ ਮੁੜ ਕੇ ਮਿਲਣਾ ਕਿ ਨਹੀਂ। ਸਾਵਾਂ ਦਾ ਕੀਤਾ ਜੀ, ਘੜੀ ਦਾ ਪਤਾ ਨਹੀਂ। ਹੁਣ ਕਈਆਂ ਨਾਲ ਇਦਾਂ ਹੋਇਆ ਕਰੋਨਾ 'ਚ, ਬੱਚੇ ਉੱਧਰ ਰਹਿ ਗਏ, ਮਾਂ ਪਿਓ ਇੱਥੇ, ਉਹ ਮੋਬਾਈਲ ਜੇ ਤੇ ਵਿਖਾਤਾ ਵੀ ਆ ਭਾਈ ਨਵਾਉਂਦੇ ਆ ਤੇ ਆ ਲੈ ਕੇ ਚੱਲੇ, ਮਿਲ ਸਕੇ। ਕੀ ਹੈ ਜ਼ਿੰਦਗੀ 4 ਦਿਨਾਂ ਦੀ, ਬੱਲੇ ਜਾਣਾ ਅੰਤ ਝਾੜ ਕੇ, ਪੱਲੇ ਜਿੰਦ ਨੂੰ ਮੌਤ ਸੁਨੇਹੇ ਘੱਲੇ, ਛੇਤੀ ਘਰੇ ਆਉਣ ਨੂੰ ਮਿਲਿਆ ਜਨਮ ਤੇਰਾ। ਦਿਲ ਸ਼ੀਸ਼ਾ ਅੰਬਰੋਂ ਤਾਰਾ, ਟੁੱਟ ਕੇ ਜੁੜਦੇ ਨਹੀਂ, ਦੁਬਾਰਾ ਕਰ ਲੈ ਜੇ ਸੋਹਣਿਆ ਚਾਰਾ। ਜ਼ਿੰਦਗੀ ਮੁੱਕਦੀ ਜਾਂਦੀ ਹੈ, ਜੀਵਨ ਦੀ ਫੁੱਲ ਕਿਆਰੀ ਵੀਰ ਨਾ ਸੁੱਕਦੀ ਜਾਂਦੀ ਹੈ। ਕਦੇ ਨਹੀਂ ਰੱਬ ਦਾ ਨਾਮ ਧਿਆਇਆ ਤੇ ਭੁੱਖੇ ਤਾਈ ਨਾ ਅੰਨ, ਤੈਨੂੰ ਮਹਾਂਪੁਰਖਾਂ ਸਮਝਾਇਆ, ਬੀਤੇ ਵਕਤ ਥਿਆਉਂਦੇ ਨਹੀਂ, ਲੰਘ ਗਏ ਪੱਤਣਾ ਤੋਂ ਪਾਣੀ ਮੁੜ ਕੇ ਨਹੀਂ ਆਉਣੇ। ਸਮਾਂ ਸੰਪੂਰਨ ਹੈ। ਸਾਰੀ ਸੰਗਤ ਦੀ ਹਾਜ਼ਰੀ ਸਤਿਗੁਰੂ ਪ੍ਰਵਾਨ ਕਰ ਲੈਣ। ਮੈਨੂੰ ਇੰਨਾ ਤੇ ਪਤਾ ਨਹੀਂ ਗੁਰੂ ਨਾਨਕ ਸਾਹਿਬ ਬਿਮਾਰ ਆ ਕਿ ਨਹੀਂ, ਪਰ ਆਪਾਂ ਨੂੰ ਰਾਜੀ ਕਰ ਦਿੰਦੇ ਆ। ਜਦੋਂ ਇੱਥੇ ਆ ਕੇ ਸ਼ੁਰੂ ਤੇ ਬਹੀਦਾ ਨਾ ਕਥਾ 'ਚ, ਇੰਨਾ ਕੁ ਮਨ ਦੁਨਿਆਵੀ ਟੈਨਸ਼ਨਾਂ ਨਾਲ ਥੱਕਿਆ ਟੁੱਟਿਆ ਹੁੰਦਾ। ਕਈ ਵਾਰੀ ਤਾਂ ਇੱਦਾਂ ਹੁੰਦਾ ਵੀ ਅੱਜ ਕੀ ਕਰਨਾ ਹੈ, ਪਰ ਸੱਚ ਹੈ ਜਦੋਂ ਗੁਰੂ ਸਾਹਿਬ ਸੰਗਤ ਵਿੱਚ ਵਰਤਦੇ ਹੈ ਤੇ ਜੀ ਕਰਦਾ ਘੜੀ ਨੂੰ ਰੋਕ ਲੇ। ਘੜੀ ਪਹਿਲਾਂ ਟਾਈਮ ਕਰ ਜਾਂਦੀ ਹੈ। ਸੱਚ ਹੈ ਕਿ ਬਾਬਾ ਆਪ ਨਹੀਂ ਬਿਮਾਰ ਹੋ ਸਕਦਾ, ਉਹ ਤੇ ਦੁਨੀਆ ਨੂੰ ਰਾਜੀ ਕਰਨ ਆਇਆ ਸੀ। ਉਹਦੀ ਨਬਜ ਕਿੰਨੇ ਫੜਨੀ, ਉਹ ਤਾਂ ਸਾਡੀਆਂ ਨਬਜਾਂ ਫੜਨ ਆਇਆ ਸੀ। ਸੋ ਸਾਰੀ ਸੰਗਤ ਨੂੰ ਜੀ ਆਇਆ। ਫਿਰ ਬੇਨਤੀ ਹੈ ਮਹਾਂਪੁਰਖ ਬਾਬਾ ਜੱਗਾ ਸਿੰਘ ਜੀ ਵੱਲੋਂ ਕਿ ਕੱਲ੍ਹ ਨੂੰ ਮਹਾਰਾਜ ਦੀ ਬਰਾਤ ਵੀ ਰਵਾਨਾ ਹੋਣੀ ਹੈ ਤੇ ਮਾਤਾ ਦੇ ਪੁਰਾਤਨ ਘਰ ਬੇਬੇ ਨਾਨਕੀ ਦਾ ਜੋ ਬਾਜ਼ਾਰ ਦੇ ਵਿੱਚ ਹੈ 10 ਵਜੇ 10:30 ਵਜੇ ਭੋਗ ਜਿਹੜੇ ਸੰਪੂਰਨ ਹੋਣੇ ਹੈ। ਉਪਰੰਤ ਦੀਵਾਨ ਸਜਣਾ ਹੈ। ਜਿਨ੍ਹਾਂ ਸੰਗਤਾਂ ਦੇ ਕੋਈ ਸਮਾਂ ਹੋਇਆ ਜ਼ਰੂਰ ਹਾਜ਼ਰੀ ਭਰਨ। ਸਤਿਗੁਰੂ ਮਾਰੇ ਕਿਰਪਾ ਕਰਨ। ਪਹਿਲਾਂ ਉੱਥੋਂ ਦੀਆਂ ਜਿਹੜੀਆਂ ਮਾਤਾਵਾਂ ਉਹਨਾਂ ਦਾ ਕੀਰਤਨ ਸਮਾਂ ਹੈ, ਫਿਰ ਉਹਨਾਂ ਦੇ ਹਜ਼ੂਰੀ ਰਾਗੀ ਜਥੇ, ਫਿਰ ਆਪਣਾ ਦਾਸ ਦਾ ਸਮਾਂ ਹੈ। 1 ਵਜੇ ਸਾਰੀ ਸਮਾਪਤੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ। ਕਿੰਨੀ ਖੁਸ਼ੀ ਹੈ। ਮੈਂ ਸੱਚ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ਸਫਲ ਹੋ ਗਈ। ਭਾਵੇਂ ਬਹੁਤ ਕੁਝ ਸੁਣਨ ਨੂੰ ਮਿਲਿਆ, ਪ੍ਰਭਾਤ ਫੇਰੀ ਲੈ ਕੇ ਗਏ, ਬੜਾ ਚੀਜ਼ਾਂ ਦਾ ਮੁਕਾਬਲਾ ਕਰਨਾ ਪੈਂਦਾ ਜੀ। ਇੰਨੀ ਸੰਗਤ ਇੱਥੇ ਤਾਂ ਘਰ ਦੇ 4 ਜੀ ਸਾਹਮਣੇ ਹੋ ਕੇ ਉਹ ਗਾਲਾਂ ਕੱਢਦੇ, ਦਾਦਾ ਕਿਸੇ ਬੰਨੇ, ਦਾਦੀ ਕਿਸੇ ਬੰਨੇ, ਨੌਵਾਂ ਕਿਸੇ। ਤੇ ਮੈਂ ਕਹਿੰਦਾ ਸ਼ੁਕਰ ਹੈ, ਅਰਦਾਸ ਕੀਤੀ ਸੀ ਸਤਿਗੁਰੂ ਇਹ ਪੈਗਾਮ ਰੱਖ ਲਿਆਏ, ਸਿਰ ਤੇ ਹੱਥ ਰੱਖੀ ਵੀ ਸੰਗਤ ਲੈ ਕੇ ਜਾਣੀ ਹੈ। ਬੜੀ ਛੋਟੀ ਗੱਲ ਨਹੀਂ, ਕੋਈ 19-21 ਹੋ ਜੇ ਤੇ ਸਾਰਾ ਨਾਂ ਲੱਗਦਾ ਜਿਹਨੇ ਤਿਆਰੀ ਕੀਤੀ। ਤੇ ਛਿੱਤਰ ਤਾਂ ਫੇਰ ਵੀ ਕਈ ਵਾਰੀ ਪੈ ਜਾਂਦੇ ਭੇ ਕੇ, ਪਰ ਇੰਨੀ ਕੁ ਖੁਸ਼ੀ ਮਹਿਸੂਸ ਹੋਈ ਕਿ ਜ਼ਿੰਦਗੀ ਦੇ 30 ਸਾਲਾਂ ਵਿੱਚ ਬੜੀਆਂ ਥਾਵਾਂ ਤੋਂ ਸੱਦੇ ਆਏ, ਬੜੀਆਂ ਥਾਵਾਂ ਤੋਂ ਪ੍ਰੋਗਰਾਮ ਆਏ, ਕਰਕੇ ਵੀ ਆਉਂਦੇ ਰਹੇ, ਪਰ ਪਹਿਲੀ ਵਾਰ ਬੇਬੇ ਦੇ ਘਰੋਂ ਸੱਦਾ ਆਇਆ। ਪਹਿਲੀ ਵਾਰ ਉਹ ਵੀ ਉੱਥੇ ਰਹਿਣ ਵਾਲੇ ਹਜ਼ੂਰੀ ਦੇ ਵਿੱਚ ਦਿਨੇ ਰਾਤ। ਉਹ ਬਜ਼ੁਰਗ ਜਿਹੜੇ ਹਰਿਆਣੇ ਦੀ ਧਰਤੀ ਤੇ ਰਹਿੰਦੇ ਤੇ ਪਤਾ ਨਹੀਂ ਕੀ ਮਨ 'ਚ ਆਇਆ, ਸੰਗਤ ਗਈ ਉੱਥੇ। ਅਸੀਂ ਆਪਣੇ ਆਪ ਹੀ ਆਪਾਂ ਲਾਏ ਸੀ 10-15 ਮਿੰਟ ਤੇ ਉਹਨਾਂ ਨੇ ਉੱਥੇ ਹੀ ਕਹਿ ਦਿੱਤਾ ਵੀ 12 ਤਰੀਕ ਨੂੰ ਵੀ ਭਾਈ ਤੁਸੀਂ ਇੱਥੇ ਜ਼ਰੂਰ ਆਉਣਾ। ਤੇ ਬੇਬੇ ਨੇ ਕਿਹੜਾ ਸਿੱਧੀ ਆਵਾਜ਼ ਮਾਰਨੀ, ਕਿਸੇ ਦੇ ਵਿੱਚ ਆ ਕੇ ਵਰਤਣਾ। ਇੰਨੀ ਕੁ ਜ਼ਿੰਦਗੀ ਸਫਲ ਹੋ ਜਾਂਦੀ ਸਾਧ ਸੰਗਤ ਦੀ। ਇਸ ਕਰਕੇ ਨਾਮ ਜਪਿਆ ਕਰੋ, ਸੇਵਾ ਕਰਿਆ ਕਰੋ ਜੀ। ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ, ਤਿਨ
के काज सवारता, तिनके काज सवारता, तिनके काज सवारता, तिनके काज सवारता। जो जन तुमरी भगत करंते, जो जन तुमरी भगत करंते, जो जन तुमरी भगत करंते, जो जन तुमरी भगत करंते। तिनके काज सवारता, तिनके काज सवारता, तिनके काज सवारता, तिनके काज सवारता। ਸਾਧ ਸੰਗਤ ਜੀ, ਕੱਲ ਨੂੰ ਮੇਰੇ ਰੱਬ ਜੀ ਦਾ ਵਿਆਹ ਹੈ ਤੇ ਵਿਆਹ ਦੇ ਉੱਤੇ ਬੜੀ ਖੁਸ਼ੀ ਹੁੰਦੀ ਹੈ ਤੇ ਆਪਾਂ ਸ਼ਾਮਾਂ ਨੂੰ ਇੱਥੇ ਵੀ ਮਨਾਉਣਾ ਤੇ ਜਿੰਨੀ ਕਿਸੇ ਦੀ ਭਾਵਨਾ ਹੈ ਉਹ ਮਠਿਆਈ ਵੀ ਲਿਆਇਓ, ਕਰ ਲਿਓ ਸਲਾਹ ਜਿਹੜੀ ਸੰਗਤ ਅੱਗੇ ਕਰਦੀ ਕੋਈ ਮੇਨ ਰੱਬ ਦੀ ਰੂਹ, ਤੇ ਨਾਲ ਥੋੜੀ ਜਿਹੀ ਫੁੱਲ ਵੀ ਲੈ ਕੇ ਆਇਓ, ਕਿਉਂਕਿ ਆਪਾਂ ਹਜ਼ੂਰੀ ਦੇ ਵਿੱਚ ਕੁਝ ਸੰਗਤਾਂ ਨੇ ਜਾਣਾ ਵੀ ਹੈ, ਉਹਨਾਂ ਨੂੰ ਭਾਈ ਬੇਨਤੀ ਜ਼ਰੂਰ ਜਾਣਾ। ਜਿਹੜਾ ਤੁਸੀਂ ਮੁੱਖ ਚੋਂ ਬਚਨ ਕੀਤਾ ਉਹ ਵੀ ਜ਼ਰੂਰੀ ਹੈ, ਤੇ ਜਿਹੜੀਆਂ ਸੰਗਤਾਂ ਨੇ ਫਿਰ ਇੱਥੇ ਆਪਾਂ ਸਾਰਾ ਇਤਿਹਾਸ ਗੁਰੂ ਸਾਹਿਬ ਦਾ ਕਿੱਦਾਂ ਵਿਆਹ ਹੋਇਆ, ਕਿੱਦਾਂ ਬਰਾਤ ਤੁਰੀ, ਮਾਰੇ ਸਿਰ ਤੇ ਹੱਥ ਰੱਖਣ, ਇੱਥੇ ਆਪਾਂ ਮਨਾਵਾਂਗੇ। ਇਹ ਸਾਰੀ ਸੰਗਤ ਨੇ ਮਠਿਆਈ ਵੀ ਸਰਦੀ ਬਣਦੀ ਤੇ ਥੋੜੇ ਥੋੜੇ ਫੁੱਲ ਲੈ ਕੇ ਆਉਣੇ ਐ। ਮਾਰੇ ਸੱਚੇ ਪਾਤਸ਼ਾਹ ਦੇ ਨਾਲ ਹੋਰ ਰਿਸ਼ਤਾ ਵਧੇ। ਇਹ ਮੈਂ ਯਤਨ ਤਾਂ ਕਰਦਾ ਨਾ, ਵੈਸੇ ਗੁਰੂ ਨੂੰ ਲੋੜ ਨਹੀਂ ਇਹਨਾਂ ਚੀਜ਼ਾਂ ਦੀ, ਉਹ ਤਾਂ ਆਪ ਅੰਦਰੋਂ ਖਿੜੇ ਪਏ ਐ, ਉਹਨਾਂ ਨੂੰ ਦੁਨਿਆਵੀ ਫੁੱਲ, ਪਰ ਇਹਦੇ ਨਾਲ ਪਿਆਰ ਵੱਧਦਾ। ਵੀ ਆਪਾਂ ਦਵਾਈਆਂ ਲੈਣ ਲਈ ਕਿੱਥੇ ਕਿੱਥੇ ਧੱਕੇ ਖਾਣੇ, ਕਿਨੇ ਕਿਨੇ ਲੱਖਾਂ ਝਾੜਤੇ, ਪਰ ਆਪਾਂ ਥੋੜਾ ਜਿਹਾ ਸੰਗਤ ਵੱਲ ਵਧੀਏ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ